ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਜਿਹੜੇ ਨਵੇਂ ਵਿਦਿਆਰਥੀ ਹੈ ਜੀ, ਉਹਨਾਂ ਨੂੰ ਪਹਿਲਾਂ ਰਿਕੁਐਸਟ ਹੈ ਜੀ, ਪਲੀਜ਼ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ, ਕਿਉਂਕਿ ਇਸ ਚੈਨਲ 'ਤੇ ਸਾਰਾ ਸਿਲੇਬਸ ਆਊਗਾ ਈਡੀਟੀ ਦੇ ਸਾਇੰਸ ਪਾਰਟ ਦਾ। ਤਾਂ ਚਲੋ ਆਪਾਂ ਬਿਨਾਂ ਟਾਈਮ ਵੇਸਟ ਕਰਦੇ ਇਸ ਚੈਪਟਰ ਨੂੰ ਸ਼ੁਰੂ ਕਰਦੇ ਹਾਂ। ਵਰਕ, ਪਾਵਰ ਅਤੇ ਐਨਰਜੀ, ਕਾਰਜ, ਸ਼ਕਤੀ ਅਤੇ ਊਰਜਾ। ਸਭ ਤੋਂ ਪਹਿਲਾਂ ਚੈਪਟਰ ਦੇ ਨਾਮ ਵਿੱਚ ਹੀ ਵਰਕ ਹੈ, ਤਾਂ ਪਹਿਲਾਂ ਵਰਕ 'ਤੇ ਗੱਲ ਕਰਦੇ ਹਾਂ। ਵਰਕ ਤੋਂ ਹੁਣ ਕੀ ਭਾਵ ਆ? ਵਰਕ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਜੀ ਕਾਰਜ, ਅਤੇ ਆਪਣੀ ਆਮ ਜ਼ਿੰਦਗੀ ਵਿੱਚ ਵਰਕ ਨੂੰ ਆਪਾਂ ਕਹਿੰਦੇ ਜੀ ਕੰਮ ਕਾਜ, ਕੋਈ ਵੀ ਹੋ ਗਿਆ। ਹੁਣ ਜਿਹੜਾ ਆਮ ਜ਼ਿੰਦਗੀ ਵਿੱਚ ਵਰਕ ਆ ਅਤੇ ਆਹ ਜਿਹੜਾ ਫਿਜ਼ਿਕਸ ਵਿੱਚ ਵਰਕ ਹੈ ਜੀ, ਇਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ। ਕਿਉਂਕਿ ਲਾ ਲਓ ਹੁਣ ਆਹ ਜਿਵੇਂ ਇੱਕ ਬੰਦਾ ਇੱਥੇ ਖੜ੍ਹਾ ਹੋਇਆ, ਉਹਦੇ ਸਿਰ 'ਤੇ ਬਾਕਸ ਰੱਖਿਆ ਹੋਇਆ, ਉਹ ਘੰਟਾ 2 ਘੰਟੇ ਇੱਥੇ ਖੜ੍ਹਾ ਰਹਿੰਦਾ, ਉਹਦੇ ਸਿਰ 'ਤੇ ਬਾਕਸ ਆ, ਉਹਦੀ ਤਾਕਤ ਲੱਗ ਰਹੀ ਹੈ। ਪਰ ਆਪਣੀ ਆਮ ਜ਼ਿੰਦਗੀ ਵਿੱਚ ਤਾਂ ਆਪਾਂ ਉਹਨੂੰ ਕਹਾਂਗੇ ਜੀ ਵੀ ਉਹਨੇ ਵਰਕ ਕੀਤਾ, ਉਹਨੇ 1-2 ਘੰਟੇ ਬਾਕਸ ਨੂੰ ਚੱਕਿਆ ਅਤੇ ਉਹਨੇ ਵਰਕ ਕੀਤਾ। ਪਰ ਜਿਹੜਾ ਫਿਜ਼ਿਕਸ ਦੇ ਅੰਡਰਸਟੈਂਡਿੰਗ ਦੇ ਅਕੋਰਡਿੰਗ ਉਹਦਾ ਵਰਕ ਜਿਹੜਾ 0 ਸੀਗਾ, ਉਹਨੇ ਬਿਲਕੁਲ ਵਰਕ ਨਹੀਂ ਕੀਤਾ। ਇਸੇ ਤਰ੍ਹਾਂ ਜਿਹੜਾ ਫਿਜ਼ਿਕਸ ਦਾ ਵਰਕ ਆ ਅਤੇ ਆਪਣੀ ਜ਼ਿੰਦਗੀ ਦਾ ਵਰਕ, ਆਪਣੀ ਆਮ ਜ਼ਿੰਦਗੀ ਵਿੱਚ ਜਿਹੜਾ ਵਰਕ ਆ, ਉਹਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਆ। ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਵਰਕ। ਸਭ ਤੋਂ ਪਹਿਲਾਂ ਇਹਦੀ ਡੈਫੀਨੇਸ਼ਨ 'ਤੇ ਆਉਂਦੇ। ਡੈਫੀਨੇਸ਼ਨ ਹੈਗੀ ਆ, ਵਰਕ ਇਜ਼ ਸੈਡ ਟੂ ਬੀ ਡਨ ਇਫ ਆ ਬਾਡੀ ਡਿਸਪਲੇਸਿਸ ਇਨ ਦਾ ਡਾਇਰੈਕਸ਼ਨ ਆਫ ਅਪਲਾਈਡ ਫੋਰਸ। ਹੁਣ ਪੰਜਾਬੀ ਵਿੱਚ ਇਹਨੂੰ ਕਹਿੰਦੇ ਜੀ, ਕੋਈ ਵੀ ਵਸਤੂ ਉੱਤੇ ਕੰਮ ਕੀਤਾ ਜਾਂ ਕਾਰਜ ਕੀਤਾ ਉਦੋਂ ਮੰਨਿਆ ਜਾਊਗਾ ਜਦੋਂ ਉਸ ਉੱਤੇ ਲੱਗਣ ਵਾਲੀ ਫੋਰਸ ਹੈ ਜਿਹੜੀ, ਉਹ ਉਸ ਵਸਤੂ ਦਾ ਵਿਸਥਾਪਨ ਫੋਰਸ ਦੀ ਡਾਇਰੈਕਸ਼ਨ ਵਿੱਚ ਕਰੂਗੀ। ਹੁਣ ਸਿੱਧਾ ਮਤਲਬ ਆ ਐਗਜ਼ਾਮਪਲ ਤੋਂ ਤੁਹਾਨੂੰ ਸਮਝ ਲੱਗੂਗਾ ਜੀ। ਮੰਨ ਲਓ ਤੁਸੀਂ ਕੋਈ ਬਲ ਲਾਉਂਦੇ ਹੋ ਕਿਸੇ ਬਾਕਸ 'ਤੇ, ਆਹ ਬਾਕਸ ਹੈ ਜੀ, ਤੁਸੀਂ ਉਹਦੇ 'ਤੇ ਫੋਰਸ ਲਾਈ, ਬਲ ਲਾਇਆ, ਤਾਂ ਉਹ ਜਿਹੜਾ ਬਾਕਸ ਸੀਗਾ ਉਹ 5 ਮੀਟਰ ਇੱਧਰ ਨੂੰ ਚੱਲ ਗਿਆ, ਜਾਂ ਫਿਰ ਕੁਛ ਵੀ ਚੱਲਿਆ, ਕੁਛ ਮੀਟਰ ਅੱਗੇ ਵੱਧ ਗਿਆ ਜਿੱਧਰ ਨੂੰ ਤੁਸੀਂ ਫੋਰਸ ਲਾਈ। ਹੁਣ ਤੁਹਾਡੀ ਫੋਰਸ ਲਾਉਣ ਕਰਕੇ ਜਿਹੜਾ ਬਾਕਸ ਅੱਗੇ ਨੂੰ ਗਿਆ, ਆਪਦੀ ਸਥਿਤੀ ਉਹਨੇ ਚੇਂਜ ਕੀਤੀ, ਡਿਸਪਲੇਸ ਹੋ ਗਿਆ, ਵਿਸਥਾਪਿਤ ਹੋ ਗਿਆ। ਤਾਂ ਇਸ ਤਰ੍ਹਾਂ ਦੀ ਚੀਜ਼ ਨੂੰ ਆਪਾਂ ਕਹਾਂਗੇ ਜੀ ਵਰਕ, ਭਾਵ ਤੁਸੀਂ ਵਰਕ ਕੀਤਾ। ਫਿਜ਼ਿਕਸ ਵਿੱਚ ਵਰਕ ਉਹਨੂੰ ਕਹਿੰਦੇ ਜੀ ਜਦੋਂ ਆਪਾਂ ਕੋਈ ਫੋਰਸ ਲਾਉਂਦੇ ਹਾਂ ਕਿਸੇ ਆਬਜੈਕਟ 'ਤੇ, ਤਾਂ ਜਿਹੜਾ ਉਹ ਆਬਜੈਕਟ ਆ ਜਿਹਦੇ 'ਤੇ ਆਪਾਂ ਫੋਰਸ ਲਾਈ ਆ, ਉਹ ਉਸੇ ਦਿਸ਼ਾ ਵਿੱਚ ਜਾਂ ਉਦੋਂ ਉਲਟ ਦਿਸ਼ਾ ਵੱਲ ਵਿਸਥਾਪਿਤ ਹੋਵੇ, ਤਾਂ ਆਪਾਂ ਉਹਨੂੰ ਕਹਾਂਗੇ ਜੀ ਵਰਕ ਡਨ ਹੋਇਆ। ਉਦੋਂ ਬਾਅਦ ਇੱਕ ਇੰਪੋਰਟੈਂਟ ਗੱਲ ਆਉਂਦੀ ਜੀ, ਵਰਕ ਆਲਵੇਜ਼ ਡਨ ਬਾਏ ਆ ਫੋਰਸ, ਕਾਰਜ ਬਲ ਦੁਆਰਾ ਕੀਤਾ ਜਾਂਦਾ ਹੈ। ਭਾਵ ਜਿੱਥੇ ਵੀ ਵਰਕ ਹੋਊਗਾ ਫਿਜ਼ਿਕਸ ਵਿੱਚ, ਜਿਹੜੀ ਵੀ ਐਗਜ਼ਾਮਪਲ ਆਊਗੀ ਤੁਹਾਨੂੰ ਫਿਜ਼ਿਕਸ ਵਿੱਚ, ਉਹਦੇ ਵਿੱਚ ਜੇ ਤਾਂ ਫੋਰਸ ਹੈ ਨਹੀਂ ਅਤੇ ਉਹ ਕਹਿ ਰਿਹਾ ਵੀ ਇਸ ਥਾਂ 'ਤੇ ਵਰਕ ਹੋਏਗਾ, ਤਾਂ ਤੁਸੀਂ ਉੱਥੇ ਨੋ ਕਰ ਦੇਣਾ, ਕਿਉਂਕਿ ਜਿਹੜੀ ਵੀ ਥਾਂ 'ਤੇ ਵਰਕ ਹੋਊਗਾ ਉੱਥੇ ਫੋਰਸ ਦਾ ਆਉਣਾ ਜ਼ਰੂਰੀ ਆ। ਬਿਨਾਂ ਫੋਰਸ, ਬਿਨਾਂ ਬਲ ਦੇ ਕੋਈ ਵੀ ਵਰਕ ਨਹੀਂ ਹੋ ਸਕਦਾ। ਹੁਣ ਲਾ ਲਓ ਜੀ ਫੋਰਸ ਦਾ ਹੁਣ ਮਤਲਬ ਕਿਵੇਂ ਹੈ ਜੀ। ਹੁਣ ਆਹ ਮੰਨ ਲਓ ਇੱਕ ਪਾਸੇ ਤੁਸੀਂ ਖੜ੍ਹੇ ਹੋ ਅਤੇ ਇੱਕ ਪਾਸੇ ਤੁਹਾਡਾ ਦੋਸਤ ਮਿੱਤਰ ਖੜ੍ਹਾ। ਹੁਣ ਤੁਸੀਂ ਇਸ ਬਾਕਸ ਨੂੰ ਆਪਦੇ ਵੱਲ ਖਿੱਚਦੇ ਹੋ, ਆਹ ਰੱਸੀ ਪਾਈ ਹੋਈ ਹੈ ਜੀ, ਬਾਕਸ ਨੂੰ ਤੁਸੀਂ ਆਪਦੇ ਵੱਲ ਖਿੱਚਦੇ ਹੋ 10 ਨਿਊਟਨ ਦੀ ਫੋਰਸ ਨਾਲ। ਉੱਧਰੋਂ ਤੁਹਾਡਾ ਮਿੱਤਰ ਉਹ ਉਲਟ ਦਿਸ਼ਾ ਵੱਲ ਨੂੰ ਖਿੱਚਦਾ ਬਾਕਸ ਨੂੰ, ਅਤੇ ਉਹ ਵੀ 10 ਨਿਊਟਨ ਦੀ ਬਲ ਨਾਲ ਖਿੱਚ ਰਿਹਾ ਆਪਦੇ ਵੱਲ ਬਾਕਸ ਨੂੰ। ਹੁਣ ਤੁਸੀਂ ਇੱਧਰ ਨੂੰ ਬਲ ਲਾ ਰਹੇ ਹੋ ਅਤੇ ਇਹ ਇੱਧਰ ਨੂੰ ਬਲ ਲਾ ਰਿਹਾ, ਬਲ ਦੋਵੇਂ ਜਾਣੇ ਇੱਕੋ ਜਿੰਨਾ ਲਾ ਰਹੇ ਆ, ਤਾਂ ਜਿਹੜਾ ਬਾਕਸ ਉੱਤੇ ਲੱਗਣ ਵਾਲਾ ਨੈੱਟ ਬਲ ਆ ਉਹ 0 ਹੋ ਜਾਏਗਾ, ਕਿਉਂਕਿ ਇੱਧਰ ਨੂੰ ਲੱਗੇਗਾ ਅਤੇ ਇਹ ਇੱਧਰ ਨੂੰ ਲੱਗੇਗਾ, ਓਪੋਜ਼ਿਟ ਹੋਊਗਾ, ਇਕੁਅਲ ਹੋਊਗਾ ਅਤੇ ਕੈਂਸਲ ਕਰ ਦੂਗਾ। ਹੁਣ ਕਿਉਂਕਿ ਨੈੱਟ ਬਲ ਆ ਜਿਹੜਾ ਇਹਦੇ 'ਤੇ ਲੱਗਾ ਉਹ 0 ਆ, ਤਾਂ ਆਪਾਂ ਫਿਰ ਵੀ ਕਹਾਂਗੇ ਵੀ ਵਰਕ ਡਨ 0 ਆ। ਕਿਉਂਕਿ ਹੁਣ ਜਿਹੜੀ ਇਹ ਐਗਜ਼ਾਮਪਲ ਹੈ ਇਹਦੇ ਵਿੱਚ ਫੋਰਸ ਤਾਂ ਲੱਗ ਰਹੀ ਹੈ, ਬਲ ਤਾਂ ਲੱਗ ਰਿਹਾ, ਪਰ ਜਿਹੜਾ ਨੈੱਟ ਬਲ ਵੇਖਾਂਗੇ ਆਪਾਂ ਸਿਸਟਮ ਦਾ ਤਾਂ ਉਹ 0 ਆ। ਇਸੇ ਕਰਕੇ ਆਪਾਂ ਕਹਾਂਗੇ ਜੀ ਵਰਕ ਡਨ ਜਿਹੜਾ ਉਹ 0 ਹੈ ਇਸ ਐਗਜ਼ਾਮਪਲ ਵਿੱਚ। ਹੁਣ ਤੁਹਾਨੂੰ ਸਮਝ ਲੱਗ ਗਈ ਹੋਊਗੀ ਕਿ ਬਈ ਵਰਕ ਵਿੱਚ ਫੋਰਸ ਕਿਸ ਤਰੀਕੇ ਨਾਲ, ਬਈ ਜੇ ਨੈੱਟ ਫੋਰਸ ਮੰਨ ਲਓ ਤੁਸੀਂ ਇੱਥੇ 12 ਨਿਊਟਨ ਦੀ ਫੋਰਸ ਲਾ ਰਹੇ ਸੀਗੇ ਅਤੇ ਤੁਹਾਡਾ ਦੋਸਤ 10 ਨਿਊਟਨ ਦੀ ਫੋਰਸ ਲਾ ਰਿਹਾ ਸੀ ਓਪੋਜ਼ਿਟ ਡਾਇਰੈਕਸ਼ਨ ਵਿੱਚ, ਤਾਂ ਜਦੋਂ ਆਪਾਂ ਮਾਈਨਸ ਕਰਾਂਗੇ ਜੀ ਤਾਂ ਆਪਣੇ ਕੋਲ 2 ਨਿਊਟਨ ਆ ਜਾਏਗਾ। ਭਾਵ ਕੋਈ ਨਾ ਕੋਈ ਫੋਰਸ ਜਿਹੜੀ ਸਿਸਟਮ 'ਤੇ ਲੱਗ ਰਹੀ ਹੈ, ਤਾਂ ਕਰਕੇ ਵਰਕ ਹੋਇਆ। ਉਦੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਵਰਕ ਦੇ ਫਾਰਮੂਲੇ 'ਤੇ।
ਹੁਣ ਮੈਂ ਤੁਹਾਨੂੰ ਜਦੋਂ ਡੈਫੀਨੇਸ਼ਨ ਕਰਾਈ ਸੀ ਤਾਂ ਡੈਫੀਨੇਸ਼ਨ ਵਿੱਚ ਮੈਂ ਤੁਹਾਨੂੰ ਕਿਹਾ ਸੀ ਵੀ ਵਰਕ ਉਦੋਂ ਹੀ ਮੰਨਿਆ ਜਾਊਗਾ ਜਦੋਂ ਕੋਈ ਬਲ ਲੱਗੇਗਾ ਕਿਸੇ ਵਸਤੂ 'ਤੇ ਅਤੇ ਉਹ ਬਲ ਦੀ ਡਾਇਰੈਕਸ਼ਨ ਵਿੱਚ ਵਿਸਥਾਪਿਤ ਹੋ ਜਾਏਗੀ। ਹੁਣ ਇਹ ਡੈਫੀਨੇਸ਼ਨ ਵਿੱਚ ਦੋ ਆਪਣੇ ਕੋਲ ਕੁਆਂਟੀਟੀਜ਼ ਆਉਂਦੀਆਂ ਜੀ, ਪਹਿਲੀ ਤਾਂ ਬਲ ਅਤੇ ਦੂਜੀ ਆਉਂਦੀ ਜੀ ਵਿਸਥਾਪਨ। ਤਾਂ ਇਹੀ ਦੋ ਕੁਆਂਟੀਟੀਜ਼ ਜਿਹੜੀਆਂ ਇਹਦੇ ਫਾਰਮੂਲੇ ਵਿੱਚ ਵੀ ਆਉਣਗੀਆਂ ਜੀ। ਵਰਕ ਡਨ ਨੂੰ ਕਹਿੰਦੇ ਆ ਜੀ ਫੋਰਸ ਗੁਣਾ ਡਿਸਪਲੇਸਮੈਂਟ, ਬਲ ਗੁਣਾ ਵਿਸਥਾਪਨ। ਜਿਹੜਾ ਵਰਕ ਹੈ ਜੀ ਫੋਰਸ ਨੂੰ ਆਪਾਂ ਐਫ ਨਾਲ ਡਿਨੋਟ ਕਰਦੇ ਹਾਂ ਜੀ, ਅਤੇ ਜਿਹੜਾ ਵਿਸਥਾਪਨ ਆਪਣਾ ਉਹਨੂੰ ਐਸ ਨਾਲ ਕਰਦੇ ਹਾਂ। ਹੁਣ ਇੱਥੇ ਮਲਟੀਪਲਾਈ ਦਾ ਸਾਈਨ ਨਹੀਂ ਗਾ, ਇੱਥੇ ਡਾਟ ਆ। ਹੁਣ ਜਦੋਂ ਮਲਟੀਪਲਾਈ ਦਾ, ਕਿਉਂਕਿ ਫਿਜ਼ਿਕਸ ਵਿੱਚ ਮਲਟੀਪਲਾਈ ਆਏ ਨਹੀਂ ਲੱਗਦੀ ਸਿੱਧੀ। ਫਿਜ਼ਿਕਸ ਵਿੱਚ ਜੇ ਤੁਸੀਂ ਮਲਟੀਪਲਾਈ ਲਾਓਗੇ ਤਾਂ ਜਦੋਂ ਮਲਟੀਪਲਾਈ ਨੂੰ ਖੋਲੋਗੇ ਤੁਸੀਂ ਤਾਂ ਨਾਲ ਕਿਸੇ ਵੀ ਕੁਆਂਟੀਟੀ ਦੇ ਸਾਈਨ ਲੱਗ ਜਾਏਗਾ। ਜਿਵੇਂ ਹੁੰਦਾ ਨਾ ਜੀ ਸਾਈਨ ਕੋਸ ਟੈਨ, ਅਤੇ ਜੇ ਇੱਥੇ ਡਾਟ ਲਾਈ ਹੋਈ ਹੈ ਤੁਸੀਂ ਕਿਸੇ ਦੋ ਕੁਆਂਟੀਟੀਜ਼ ਵਿੱਚ, ਤਾਂ ਜਦੋਂ ਤੁਸੀਂ ਇਹਨੂੰ ਖੋਲੋਗੇ ਡਾਟ ਨੂੰ ਤਾਂ ਤੁਹਾਡੇ ਕੋਲ ਕੋਸ ਥੀਟਾ ਆ ਜਾਏਗਾ। ਇਹ ਹੁੰਦਾ ਜੀ ਡਾਟ ਪ੍ਰੋਡਕਟ ਅਤੇ ਸਾਈਨ ਪ੍ਰੋਡਕਟ। ਇਹ ਤੁਹਾਡੇ ਸਿਲੇਬਸ ਵਿੱਚ ਹੈ ਨਹੀਂ ਗਾ, ਇਸੇ ਕਰਕੇ ਇਹ ਤੁਹਾਨੂੰ ਇੰਨਾ ਸਮਝਣ ਦੀ ਲੋੜ ਨਹੀਂ ਗੀ, ਪਰ ਤੁਹਾਨੂੰ ਬਸ ਇੰਨੀ ਗੱਲ ਯਾਦ ਰੱਖਣ ਦੀ ਲੋੜ ਹੈ ਜਦੋਂ ਬਿੰਦੀ ਲੱਗੀ ਹੋਵੇ ਕਿਸੇ ਵੀ ਜਿਹੜਾ ਦੋ ਕੁਆਂਟੀਟੀਜ਼ ਵਿੱਚ ਡਾਟ ਪ੍ਰੋਡਕਟ ਹੋਵੇ, ਤਾਂ ਉਦੋਂ ਜਦੋਂ ਆਪਾਂ ਉਹਨੂੰ ਖੋਲਾਂਗੇ ਤਾਂ ਆਪਣੇ ਕੋਲ ਆਊਗਾ ਜੀ ਕਾਜ਼ ਥੀਟਾ। ਅਤੇ ਜੇ ਇੱਥੇ ਹੀ ਆਪਣੇ ਕੋਲ ਇੱਦਾਂ ਲਿਖਿਆ ਹੁੰਦਾ ਤਾਂ ਜਦੋਂ ਆਪਾਂ ਇਹਨੂੰ ਖੋਲ੍ਹਦੇ ਤਾਂ ਆਪਣੇ ਕੋਲ ਆ ਜਾਣਾ ਸੀਗਾ ਜੀ ਸਾਈਨ ਥੀਟਾ। ਬਸ ਇੰਨੀ ਕੁ ਗੱਲ ਤੁਸੀਂ ਯਾਦ ਰੱਖਣੀ ਹੈ। ਵੈਸੇ ਆਹ ਫਾਰਮੂਲਾ ਗਲਤ ਹੈ, ਇਹਨੂੰ ਨਹੀਂ ਯਾਦ ਕਰਨਾ ਤੁਸੀਂ, ਪਰ ਇੰਨੀ ਕੁ ਗੱਲ ਤੁਸੀਂ ਯਾਦ ਰੱਖਣੀ ਹੈ। ਹੁਣ ਜਦੋਂ ਤੁਹਾਨੂੰ ਦੱਸਿਆ ਜਿਵੇਂ ਇਹਨੂੰ ਡਾਟ ਨੂੰ ਖੋਲ੍ਹਤਾ ਆਪਾਂ ਤਾਂ ਆਪਣੇ ਕੋਲ ਕਾਜ਼ ਥੀਟਾ ਆ ਗਿਆ। ਹੁਣ ਇਹ ਕਾਜ਼ ਥੀਟਾ ਦਾ ਕੀ ਮਤਲਬ ਆ? ਕਾਜ਼ ਥੀਟਾ ਭਾਵੇਂ ਕੋਈ ਐਂਗਲ ਦਰਸਾ ਰਿਹਾ ਇਹਨਾਂ ਦੋਵਾਂ ਦੇ ਵਿੱਚ। ਹੁਣ ਮੰਨ ਲਓ ਆਹ ਐਗਜ਼ਾਮਪਲ ਵਿੱਚ ਤਾਂ ਤੁਸੀਂ ਫੋਰਸ ਲਾਈ ਸੀਗੀ, ਫੋਰਸ ਇੱਧਰ ਨੂੰ ਲਾਈ ਅਤੇ ਤੁਹਾਡਾ ਵਿਸਥਾਪਨ ਵੀ ਇਸੇ ਡਾਇਰੈਕਸ਼ਨ ਵਿੱਚ ਹੋਇਆ। ਹੁਣ ਕਿਉਂਕਿ ਜਿਹੜੀਆਂ ਇਹ ਦੋਵੇਂ ਕੁਆਂਟੀਟੀਜ਼ ਆ, ਇਹ ਦੋਵੇਂ ਕੁਆਂਟੀਟੀਜ਼ ਵੈਕਟਰ ਆ। ਵੈਕਟਰ ਭਾਵ ਇਹਨਾਂ ਕੋਲ ਦਿਸ਼ਾ ਵੀ ਆ ਅਤੇ ਇਹਨਾਂ ਕੋਲ ਮੈਗਨੀਟਿਊਡ ਵੀ ਆ, ਪਾਵਰ ਵੀ ਹੈ ਇਹਨਾਂ ਕੋਲ। ਤਾਂ ਲਾ ਲਓ ਹੁਣ ਕਿਉਂਕਿ ਇਹਨਾਂ ਕੋਲ ਦਿਸ਼ਾ, ਤਾਂ ਇਹਨਾਂ ਦੀ ਦਿਸ਼ਾ ਵੀ ਦੱਸਣੀ ਪਊਗੀ। ਹੁਣ ਇੱਧਰ ਨੂੰ ਤੁਸੀਂ ਬਲ ਲਾਇਆ ਅਤੇ ਵਿਸਥਾਪਨ ਵੀ ਇੱਧਰ ਨੂੰ ਹੋਇਆ, ਤਾਂ ਇਹਨਾਂ ਦੋਵਾਂ ਵਿੱਚ ਐਂਗਲ 0 ਡਿਗਰੀ ਦਾ ਸੀਗਾ। ਹੁਣ ਮੰਨ ਲਓ ਜੇ ਤੁਸੀਂ ਫੋਰਸ ਇੱਧਰ ਨੂੰ ਲਾਉਂਦੇ ਹੋ, ਆਹ ਐਗਜ਼ਾਮਪਲ ਵਿੱਚ ਜਿਵੇਂ ਦੱਸਿਆ ਹੋਇਆ ਤਿਰਛੀ ਫੋਰਸ ਲਾਤੀ ਅਤੇ ਇੱਧਰ ਨੂੰ ਤੁਹਾਡਾ ਵਿਸਥਾਪਨ ਹੋ ਗਿਆ ਕਿਸੇ ਬਾਕਸ ਦਾ, ਤਾਂ ਤੁਹਾਡਾ ਇੱਥੇ ਐਂਗਲ ਆ ਜਾਏਗਾ ਕੋਈ ਨਾ ਕੋਈ, ਤਾਂ ਕਰਕੇ ਆਪਣਾ ਇੱਥੇ ਕਾਜ਼ ਥੀਟਾ ਆਏਗਾ। ਹੁਣ ਐਂਗਲ ਵੀ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਜੀ। ਮੰਨ ਲਓ ਹੁਣ ਇਹ ਜਿਹੜੀਆਂ ਮੇਨ ਚੀਜ਼ਾਂ, ਮੰਨ ਲਓ ਵੀ ਜਿਹੜਾ ਕਾਜ਼ ਥੀਟੇ ਦੀ ਵੈਲਿਊ ਆ ਇਹ ਜੇ 90 ਡਿਗਰੀ ਤੋਂ ਘੱਟ ਜਾਂਦੀ ਆ, ਮੰਨ ਲਓ ਤੁਸੀਂ ਬਲ ਲਾਇਆ ਇੱਧਰ ਨੂੰ ਅਤੇ ਵਿਸਥਾਪਨ ਹੋ ਗਿਆ ਇੱਧਰ ਨੂੰ। ਹੁਣ 90 ਡਿਗਰੀ ਇੱਥੇ ਹੁੰਦਾ ਆਪਣੇ ਕੋਲ, 90 ਡਿਗਰੀ ਇੱਥੇ ਹੁੰਦਾ। ਹੁਣ ਇਹ ਜਿਹੜਾ ਐਂਗਲ ਆ ਇਹ 90 ਡਿਗਰੀ ਤੋਂ ਘੱਟ ਬਣਿਆ, ਤਾਂ ਕਦੇ ਵੀ ਜਦੋਂ ਤੁਹਾਡਾ ਵਿਸਥਾਪਨ ਅਤੇ ਬਲ ਦੇ ਵਿੱਚ ਐਂਗਲ ਆ ਉਹ 90 ਡਿਗਰੀ ਤੋਂ ਘੱਟ ਹੋਵੇਗਾ ਤਾਂ ਤੁਹਾਡਾ ਵਰਕ ਡਨ ਆ ਜਿਹੜਾ ਉਹ ਪੋਜ਼ੀਟਿਵ ਆਏਗਾ। ਇਹ ਤੁਸੀਂ ਯਾਦ ਰੱਖ ਲੈਣੀ ਚੀਜ਼, ਕਿਉਂਕਿ ਕਦੇ ਵੀ ਜੇ ਤੁਹਾਡਾ ਦੋਵਾਂ ਵਿੱਚ ਐਂਗਲ ਜਿਹੜਾ 90 ਤੋਂ ਘੱਟ ਆਇਆ, 99 ਵੀ ਆਇਆ, 89 ਵੀ ਆਇਆ, ਫਿਰ ਵੀ ਤੁਹਾਡਾ ਵਰਕ ਪੋਜ਼ੀਟਿਵ ਰਹੇਗਾ, ਨੈਗੇਟਿਵ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਵਿੱਚ। ਅਤੇ ਉਸ ਮੰਨ ਲਓ ਜੇ ਤੁਹਾਡਾ ਐਂਗਲ ਆ ਜਿਹੜਾ ਥੀਟਾ ਹੈ ਉਹ 90 ਡਿਗਰੀ ਤੋਂ ਵੱਧ ਜਾਂਦਾ ਜਾਂ ਜੇ ਉਹ 90 ਡਿਗਰੀ ਤੋਂ ਵੱਧ ਗਿਆ, 91 ਵੀ ਹੋ ਗਿਆ, ਤਾਂ ਤੁਹਾਡਾ ਜਿਹੜਾ ਵਰਕ ਡਨ ਆਊਗਾ ਜੀ ਉਹ ਮਾਈਨਸ ਵਿੱਚ ਆਏਗਾ, ਨੈਗੇਟਿਵ ਵਿੱਚ ਆਏਗਾ ਮੰਨ ਲਓ। ਅਤੇ ਜੇ ਤੀਜੀ ਆਪਣੇ ਕੋਲ ਐਕਸੈਪਸ਼ਨ ਹੈ ਵੀ ਜੇ ਤੁਹਾਡਾ ਐਂਗਲ ਆ ਉਹ 90 ਡਿਗਰੀ ਆ ਗਿਆ, ਫੋਰਸ ਅਤੇ ਵਿਸਥਾਪਨ ਦਾ ਐਂਗਲ ਜੇ ਤੁਹਾਡਾ ਦੋਵਾਂ ਦਾ ਵਿਚਲਾ ਐਂਗਲ ਆ ਉਹ ਥੀਟਾ 90 ਡਿਗਰੀ ਦਾ ਆ ਗਿਆ, ਤਾਂ ਤੁਹਾਡਾ ਵਰਕ ਡਨ 0 ਹੋਏਗਾ। ਇਹ ਚੀਜ਼ਾਂ ਤੁਸੀਂ ਨੋਟ ਕਰ ਲੈਣੀਆਂ ਅਤੇ ਯਾਦ ਵੀ ਰੱਖ ਲੈਣੀਆਂ, ਕਿਉਂਕਿ ਇਹ ਬਹੁਤ ਇੰਪੋਰਟੈਂਟ ਚੀਜ਼ਾਂ। ਇਹ ਤੁਸੀਂ ਚੀਜ਼ਾਂ ਯਾਦ ਰੱਖ ਲੈਣੀਆਂ। ਉਦੋਂ ਬਾਅਦ ਅੱਗੇ ਆਉਂਦੇ ਜੀ ਆਪਾਂ। ਹੁਣ ਜਦੋਂ ਤੁਹਾਨੂੰ ਦੱਸਿਆ ਸੀਗਾ ਵੀ ਜੇ ਪੋਜ਼ੀਟਿਵ ਵਰਕ ਹੋਊਗਾ ਤਾਂ ਤੁਹਾਡਾ ਜਿਹੜਾ ਐਂਗਲ ਆ ਉਹ 90 ਡਿਗਰੀ ਤੋਂ ਘੱਟ ਹੋਏਗਾ। ਹੁਣ ਆਹ ਵੇਖ ਲਓ ਤੁਸੀਂ ਇੱਥੇ ਫੋਰਸ ਲਾਈ ਬਕਸੇ 'ਤੇ ਅਤੇ ਬਕਸਾ ਇੱਧਰ ਨੂੰ ਚੱਲ ਪਿਆ। ਹੁਣ ਇਹਦੇ ਵਿੱਚ ਜਿਹੜਾ ਐਂਗਲ ਸੀ ਦੋਵਾਂ ਵਿੱਚ
ਉਹ 0 ਡਿਗਰੀ ਦਾ ਬਣਦਾ ਸੀਗਾ ਜੀ। ਐਂ ਕਰਕੇ ਇਹ ਵੀ ਇੱਧਰ ਨੂੰ ਸੀ ਅਤੇ ਉਹ ਵੀ ਇੱਧਰ ਨੂੰ ਸੀ, 0 ਡਿਗਰੀ ਦਾ ਐਂਗਲ ਸੀਗਾ। ਅਤੇ ਹੁਣ ਜਿਹੜੀ ਕੌਸ ਦੀ ਵੈਲਿਊ ਹੁੰਦੀ ਹੈ, ਕੌਸ 0 ਡਿਗਰੀ, ਜਿਹੜਾ ਆਪਾਂ ਇੱਥੇ ਨਾਲ ਲਾਇਆ ਸੀਗਾ F.S ਦੇ, ਹੁਣ ਇੱਥੇ ਜੇ ਆਪਾਂ 0 ਭਰਾਂਗੇ ਥੀਟੇ ਦੀ ਵੈਲਿਊ, ਕੌਸ 0 ਆ ਜਾਏਗਾ। ਕੌਸ 0 ਦੀ ਜਦੋਂ ਤੁਸੀਂ ਵੈਲਿਊ ਵੇਖੋਗੇ ਤਾਂ ਕੌਸ 0 ਦੀ ਵੈਲਿਊ ਹੁੰਦੀ ਹੈ ਜੀ 1। ਕੌਸ 0 ਦੀ ਵੈਲਿਊ ਹੁੰਦੀ ਹੈ 1, ਅਤੇ ਜਦੋਂ ਆਪਾਂ 1 ਨੂੰ ਮਲਟੀਪਲਾਈ ਕਰਾਂਗੇ ਬਲ ਅਤੇ ਵਿਸਥਾਪਨ ਨਾਲ ਤਾਂ ਆਪਣੇ ਕੋਲ ਰਿਜ਼ਲਟ ਵਿੱਚ ਕੋਈ ਚੇਂਜ ਨਹੀਂ ਆਏਗਾ, ਭਾਵ ਪੋਜ਼ੀਟਿਵ ਵੈਲਿਊ ਆਊਗੀ, ਨੈਗੇਟਿਵ ਨਹੀਂ ਆ ਸਕਦੀ। ਉਦੋਂ ਬਾਅਦ ਮੰਨ ਲਓ ਦੂਜੇ ਪਾਸੇ ਨੈਗੇਟਿਵ ਵਰਕ, ਇਹਦੇ ਵਿੱਚ ਕੀ ਸੀਗਾ ਜੀ, ਮੰਨ ਲਓ ਹੁਣ ਇੱਧਰੋਂ ਕਾਰ ਆ ਰਹੀ ਹੈ, ਕੋਈ ਕਾਰ ਹੈ, ਉਹ ਇੱਧਰ ਨੂੰ ਆ ਰਹੀ ਹੈ ਤੁਹਾਡੇ ਵੱਲ, ਤਾਂ ਤੁਸੀਂ ਉਹਨੂੰ ਧੱਕਾ ਮਾਰ ਕੇ, ਜ਼ੋਰ ਲਾ ਕੇ, ਬਲ ਲਾ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਤੁਸੀਂ ਜ਼ੋਰ ਲਾਇਆ ਪਰ ਕਾਰ ਫਿਰ ਵੀ ਇਸੇ ਡਾਇਰੈਕਸ਼ਨ ਵਿੱਚ ਆ ਰਹੀ ਹੈ। ਕਾਰ ਹੈ ਜਿਹੜੀ ਉਹ ਫਿਰ ਵੀ ਇਸੇ ਡਾਇਰੈਕਸ਼ਨ ਵਿੱਚ ਆ ਰਹੀ ਹੈ, ਤੁਸੀਂ ਬਲ ਇੱਧਰ ਨੂੰ ਲਾ ਰਹੇ ਹੋ। ਤਾਂ ਜੇ ਆਪਾਂ ਕੋਣ ਵੇਖਾਂਗੇ ਇਹਨਾਂ ਦੋਵਾਂ ਵਿੱਚ, ਇੱਦਾਂ ਜਾ ਰਹੇ ਆ ਅਤੇ ਕੋਣ ਬਣੇਗਾ 180 ਡਿਗਰੀ ਦਾ, 90 ਡਿਗਰੀ ਤੋਂ ਜ਼ਿਆਦਾ ਜੀ ਕੋਣ ਇਹਦੇ ਵਿੱਚ। ਤਾਂ ਜਿਹੜਾ ਆਪਾਂ ਨੂੰ ਥੀਟੇ ਦਾ ਚਾਰਟ ਵੇਖੋਗੇ ਜਿਹਦੇ ਵਿੱਚ ਵੈਲਿਊਜ਼ ਲਿਖੀਆਂ ਹੁੰਦੀਆਂ, ਤਾਂ ਉਹਦੇ 'ਚ ਵੇਖੋਗੇ ਵੀ ਜਿਹੜਾ ਕੌਸ 180 ਡਿਗਰੀ ਹੁੰਦਾ ਉਹਦੀ ਵੈਲਿਊ ਹੁੰਦੀ ਹੈ ਜੀ -1। ਹੁਣ ਜਦੋਂ ਆਪਾਂ -1 ਨੂੰ ਬਲ ਅਤੇ ਵਿਸਥਾਪਨ ਨਾਲ ਮਲਟੀਪਲਾਈ ਕਰਾਂਗੇ ਤਾਂ ਜਿਹੜਾ ਆਪਣੇ ਕੋਲ ਰਿਜ਼ਲਟ ਆਏਗਾ ਉਹ ਆਪਣਾ ਨੈਗੇਟਿਵ ਵਿੱਚ ਆਏਗਾ। ਇਸੇ ਕਰਕੇ ਜਿਹੜਾ ਵਰਕ ਡਨ ਹੋਊਗਾ ਉਹ ਨੈਗੇਟਿਵ ਵਿੱਚ ਹੋਊਗਾ। ਉਦੋਂ ਬਾਅਦ ਤੀਜਾ ਕੇਸ ਆਉਂਦਾ ਜੀ ਆਪਣੇ ਕੋਲ, ਆਹ ਹੈਗਾ ਜੀ, ਉਦੋਂ ਆਪਣੇ ਕੋਲ ਤੀਜਾ ਕੇਸ ਆਉਂਦਾ ਜੀ, ਆਹ ਹੈਗਾ ਜੀ, ਇਹਦੇ ਵਿੱਚ ਆਉਂਦਾ ਵੀ 0 ਵਰਕ ਡਨ। ਇਹ ਕਿਹੜੇ ਕੇਸ ਵਿੱਚ ਹੋਏਗਾ, ਲਾ ਲਓ ਕੋਈ ਵਿਅਕਤੀ ਆ, ਉਹਨੇ ਬਾਕਸ ਚੱਕਿਆ ਹੋਇਆ। ਹੁਣ ਜਿਹੜਾ ਇਹ ਵਿਅਕਤੀ ਆ ਇਹਨੇ ਬਾਕਸ ਚੱਕਿਆ ਹੋਇਆ ਸਿਰ 'ਤੇ, ਅਤੇ ਇਹ ਇੱਧਰ ਨੂੰ ਚੱਲ ਰਿਹਾ ਬਾਕਸ ਚੱਕ ਕੇ। ਹੁਣ ਜਿਹੜਾ ਫੋਰਸ ਆ ਉਹਨੇ ਬਾਕਸ ਚੱਕਣ ਲਈ ਉੱਤੇ ਨੂੰ ਲਾਈ ਹੋਈ ਹੈ ਨਾ, ਫੋਰਸ ਐਂ ਕਰਕੇ, ਜਿਹਦੇ ਨਾਲ ਬਾਕਸ ਉਹਨੇ ਸਿਰ 'ਤੇ ਰੱਖਿਆ ਹੋਇਆ ਉੱਤੇ, ਅਤੇ ਜਿਹੜਾ ਉਹ ਵਿਸਥਾਪਨ ਇੱਧਰ ਨੂੰ ਕਰ ਰਿਹਾ। ਪਰ ਹੁਣ ਜਦੋਂ ਆਪਾਂ ਵੇਖਾਂਗੇ ਇੱਦਾਂ ਜਾ ਰਹੇ ਆ, ਹੁਣ ਇਹਨਾਂ ਦੋਵਾਂ ਵਿੱਚ ਐਂਗਲ ਆਏਗਾ ਜੀ 90 ਡਿਗਰੀ ਦਾ, 90 ਡਿਗਰੀ ਦਾ ਕੋਣ ਆ ਗਿਆ। ਹੁਣ ਜਿਹੜਾ ਕੌਸ 90 ਡਿਗਰੀ ਦੀ ਵੈਲਿਊ ਹੁੰਦੀ ਹੈ ਜੀ, ਉਹ ਹੁੰਦੀ ਹੈ 0, ਅਤੇ 0 ਨੂੰ ਆਪਾਂ ਬਲ ਅਤੇ ਵਿਸਥਾਪਨ ਨਾਲ ਮਲਟੀਪਲਾਈ ਕਰਾਂਗੇ ਤਾਂ 0 ਨੂੰ ਕਿਸੇ ਵੀ ਵੈਲਿਊ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਉਹ 0 ਹੀ ਆਉਂਦਾ। ਇਸੇ ਕਰਕੇ ਜਿਹੜਾ ਤੁਹਾਡਾ ਵਰਕ ਡਨ ਹੈ ਇਸ ਕੇਸ ਵਿੱਚ 0 ਹੋ ਜਾਏਗਾ। ਉਦੋਂ ਬਾਅਦ ਅੱਗੇ ਆਉਂਦੀਆਂ ਜੀ ਇਹਦੀਆਂ ਯੂਨਿਟਸ, ਇਕਾਈਆਂ। ਹੁਣ ਵਰਕ ਦੀਆਂ ਇਕਾਈਆਂ ਕੀ ਹੁੰਦੀਆਂ ਜੀ, SI ਯੂਨਿਟ, ਸਿਸਟਮ ਇੰਟਰਨੈਸ਼ਨਲ, ਜਿਹੜਾ ਜ਼ਿਆਦਾ ਵਰਤਿਆ ਜਾਂਦਾ। ਇਹ ਹੁੰਦਾ ਜੀ ਫੋਰਸ ਇਨਟੂ ਡਿਸਪਲੇਸਮੈਂਟ। ਇਹ ਆਪਣੇ ਕੋਲ ਫਾਰਮੂਲਾ ਹੁੰਦਾ। ਹੁਣ ਆਪਾਂ ਨੂੰ ਪਤਾ ਜਿਹੜੇ ਫੋਰਸ ਦਾ ਫਾਰਮੂਲਾ, ਫੋਰਸ ਦੀ ਹੁੰਦੀ ਆ ਆਪਣੇ ਕੋਲ ਨਿਊਟਨ ਇਕਾਈ, ਅਤੇ ਜਿਹੜਾ ਡਿਸਪਲੇਸਮੈਂਟ ਆ ਇਹਦੀ ਆਪਣੇ ਕੋਲ ਇਕਾਈ ਹੁੰਦੀ ਹੈ ਜੀ ਮੀਟਰ। ਇਹਨੂੰ ਕਹਿੰਦੇ ਨਿਊਟਨ ਅਤੇ ਮੀਟਰ ਆਪਣੇ ਕੋਲ ਯੂਨਿਟ ਆ ਜਾਂਦੀ ਹੈ। ਪਰ ਜਿਹੜਾ ਵਰਕ ਆ ਇਹਨੂੰ ਇੱਕ ਹੋਰ ਯੂਨਿਟ ਨਾਲ ਬੁਲਾਇਆ ਜਾਂਦਾ, ਜਾਊਲ, ਜੂਲ। ਇਹਨੂੰ ਜੇ ਨਾਲ ਦਰਸਾਇਆ ਜਾਂਦਾ ਜੀ। ਇਹ ਦੋਵੇਂ ਹੈਗੀਆਂ ਇਕੁਅਲ ਹੀ ਆ, ਤੁਸੀਂ ਇਹਨਾਂ ਦੋਵਾਂ ਨੂੰ ਕਿਸੇ ਵੀ ਥਾਂ 'ਤੇ ਵਰਤ ਸਕਦੇ ਹੋ, ਜਿਹੜੀ ਮਰਜ਼ੀ ਵਰਤ ਲਓ ਤੁਹਾਡੀ ਸਹੀ ਜਾਏਗੀ। ਕਿਉਂਕਿ ਇਹ ਜਿਹੜਾ ਜਾਊਲ ਸੀਗਾ ਇਹ ਸਾਇੰਟਿਸਟ ਸੀਗਾ ਜਿਹਨੇ ਵਰਕ ਉੱਤੇ ਰਿਸਰਚ ਕੀਤੀ ਸੀਗੀ, ਇਸੇ ਕਰਕੇ ਉਹਦੇ ਨਾਮ 'ਤੇ ਉਹਨਾਂ ਨੇ ਯੂਨਿਟ ਰੱਖਤੀ ਜੂਲ। ਠੀਕ ਹੈ ਜੀ, ਇਹਨੂੰ ਨਿਊਟਨ ਮੀਟਰ ਵੀ ਕਹਿੰਦੇ ਆ। ਉਦੋਂ ਬਾਅਦ ਆਪਣੇ ਕੋਲ ਅੱਗੇ ਆਉਂਦਾ ਜੀ CGS। ਹੁਣ CGS ਹੈ ਜੀ, CGS ਵਿੱਚ ਆਪਾਂ ਨੂੰ ਪਤਾ ਹੈ ਵੀ ਜਿਹੜਾ ਫੋਰਸ ਆ ਇਹਨੂੰ ਆਪਾਂ ਡਾਇਨ ਕਹਿੰਦੇ ਆ, ਪਿੱਛੇ ਤੁਹਾਨੂੰ ਪਿਛਲੇ ਚੈਪਟਰ ਵਿੱਚ ਦੱਸਿਆ ਸੀਗਾ। ਅਤੇ ਜਿਹੜਾ ਆਪਣੇ ਕੋਲ ਡਿਸਪਲੇਸਮੈਂਟ ਹੁੰਦਾ ਇਹ ਸੈਂਟੀਮੀਟਰ ਵਿੱਚ ਹੁੰਦਾ, ਇਸੇ ਕਰਕੇ ਇਹ ਹੁੰਦਾ ਜੀ ਡਾਇਨ ਸੈਂਟੀਮੀਟਰ। ਹੁਣ ਇਹਦੇ ਵਿੱਚ ਵੀ ਇਹਨਾਂ ਨੇ ਨਾਮ ਰੱਖਿਆ ਹੋਇਆ, ਡਾਇਨ ਸੈਂਟੀਮੀਟਰ ਨੂੰ ਅਰਗ ਕਿਹਾ ਜਾਂਦਾ ਜੀ, ਅਰਗ। ਇਹਨੂੰ ਜੂਲ ਕਹਿੰਦੇ SI ਵਿੱਚ, ਅਤੇ ਇਹਨੂੰ ਅਰਗ ਕਹਿੰਦੇ ਆ। ਤੁਸੀਂ ਇਹ ਦੋਵੇਂ ਵੀ ਯਾਦ ਰੱਖ ਲਓਗੇ, ਇਹ ਕਿਉਂਕਿ ਜ਼ਿਆਦਾ ਇੰਪੋਰਟੈਂਟ ਆ। ਇਹ ਤਾਂ ਤੁਸੀਂ ਉਂਝ ਹੀ ਬਣਾ ਲਓਗੇ, ਆਹ ਦੋਵੇਂ ਯਾਦ ਰੱਖ ਲਿਓ। ਹੁਣ ਇਹਨਾਂ ਦੋਵਾਂ ਵਿੱਚ ਰਿਲੇਸ਼ਨ ਕੀ ਹੈ ਜੀ, ਜਾਊਲ ਅਤੇ ਅਰਗ ਵਿੱਚ। ਜਾਊਲ, 1 ਜਾਊਲ ਹੈ ਜਿਹੜਾ ਜੀ ਉਹ 10 ਦੀ ਪਾਵਰ 7 ਅਰਗ ਦੇ ਬਰਾਬਰ ਹੁੰਦਾ। ਹੁਣ ਜਿਹੜਾ 1 ਜਾਊਲ ਆ, ਜਾਊਲ ਹੁਣ ਬਹੁਤ ਵੱਡੀ ਯੂਨਿਟ ਹੋ ਗਈ, ਕਿਉਂਕਿ ਮੰਨ ਲਓ 10 ਦੇ ਪਿੱਛੇ 7 ਜ਼ੀਰੋਆਂ ਲੱਗ ਗਈਆਂ, 1 ਦੇ ਪਿੱਛੇ 7 ਜ਼ੀਰੋਆਂ ਲੱਗ ਗਈਆਂ, ਤਾਂ ਬਹੁਤ ਵੱਡੀ ਵੈਲਿਊ ਆ ਗਈ। ਹੁਣ ਜਾਊਲ ਜਿਹੜੀ ਵੱਡੀ ਵੈਲਿਊ ਆ ਅਤੇ ਅਰਗ ਜਿਹੜੀ ਇਹ ਛੋਟੀ ਵੈਲਿਊ ਆ। ਇਹ ਇੰਪੋਰਟੈਂਟ ਚੀਜ਼ ਹੈ, ਇਹ ਯਾਦ ਰੱਖ ਲੈਣੀ ਹੈ।
ਉਹ ਤੁਹਾਨੂੰ ਪੇਪਰ 'ਚ ਪੁੱਛ ਸਕਦੇ ਆ ਵੀ 1 ਜੂਲ ਹੈ ਜਿਹੜੀ ਉਹ ਕਿੰਨੇ ਅਰਗ ਦੇ ਬਰਾਬਰ ਹੁੰਦੀ ਹੈ। ਚਲੋ ਜੀ ਆਪਾਂ ਆਪਦੇ ਅਗਲੇ ਟੌਪਿਕ 'ਤੇ ਵਧਦੇ ਹਾਂ ਜੀ। ਵਰਕ ਤੋਂ ਬਾਅਦ ਆਪਣਾ ਅਗਲਾ ਟੌਪਿਕ ਆਉਂਦਾ ਜੀ ਐਨਰਜੀ। ਐਨਰਜੀ ਦਾ ਜਿਹੜਾ ਸਿੰਪਲ ਆਪਣੇ ਕੋਲ ਮਤਲਬ ਇਹ ਆਉਂਦਾ ਜੀ ਐਬਿਲਿਟੀ ਟੂ ਡੂ ਵਰਕ। ਐਬਿਲਿਟੀ ਟੂ ਡੂ ਵਰਕ ਭਾਵ ਕਾਰਜ ਕਰਨ ਦੀ ਸਮਰੱਥਾ, ਕਿਸੇ ਵੀ ਵਸਤੂ ਦੀ ਕਾਰਜ ਕਰਨ ਦੀ ਸਮਰੱਥਾ ਭਾਵ ਉਹ ਕਾਰਜ ਕੋਈ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ, ਉਹਨੂੰ ਆਪਾਂ ਉਸ ਵਸਤੂ ਦੀ ਊਰਜਾ ਕਹਿੰਦੇ ਹਾਂ ਜੀ। ਉਹਦੇ ਬਾਅਦ ਆਪਾਂ ਅੱਗੇ ਵਧਦੇ ਹਾਂ ਜੀ ਐਨਰਜੀ ਵੱਲ। ਹੁਣ ਜਿਹੜੀ ਐਨਰਜੀ ਹੈ ਜੀ ਇਹ ਵਰਕ ਨਾਲ ਡਾਇਰੈਕਟ ਲਿੰਕ ਹੁੰਦੀ ਹੈ ਜੀ। ਹੁਣ ਜਿਹੜਾ ਵਰਕ ਆ ਅਤੇ ਐਨਰਜੀ ਆ ਇਹਨਾਂ ਦੋਵਾਂ ਦੀਆਂ ਯੂਨਿਟਸ ਇਕਾਈਆਂ ਵੀ ਸੇਮ ਹੁੰਦੀਆਂ, ਅਤੇ ਜਿਹੜਾ ਐਨਰਜੀ ਅਤੇ ਵਰਕ ਆ ਉਹ ਇੱਕ ਦੂਜੇ ਵਿੱਚ ਤਬਦੀਲ ਵੀ ਹੋ ਸਕਦੇ ਆ। ਹੁਣ ਐਨਰਜੀ ਨੂੰ ਆਪਾਂ ਊਰਜਾ ਨੂੰ ਆਪਾਂ ਕਾਰਜ ਵਿੱਚ ਵੀ ਬਦਲ ਸਕਦੇ ਹਾਂ ਅਤੇ ਕਾਰਜ ਨੂੰ ਆਪਾਂ ਊਰਜਾ ਵਿੱਚ ਵੀ ਬਦਲ ਸਕਦੇ ਹਾਂ ਫਿਜ਼ਿਕਸ ਵਿੱਚ। ਇਸੇ ਕਰਕੇ ਜਿਹੜੇ ਇਹਨਾਂ ਦੋਵਾਂ ਦੀਆਂ ਯੂਨਿਟਸ ਹੈ ਜੀ ਇਹਨਾਂ ਦੋਵਾਂ ਦੀਆਂ ਯੂਨਿਟਸ ਵੀ ਸੇਮ ਹੁੰਦੀਆਂ। ਵਰਕ ਦੀਆਂ ਯੂਨਿਟਸ ਆਪਣੇ ਕੋਲ ਜਾਊਲ ਹੁੰਦੀਆਂ ਜੀ, ਇਸੇ ਕਰਕੇ ਜਿਹੜੇ ਐਨਰਜੀ ਆ ਐਨਰਜੀ ਦੀਆਂ ਯੂਨਿਟਸ ਵੀ ਆਪਣੇ ਕੋਲ ਜਾਊਲ ਹੀ ਹੁੰਦੀਆਂ। ਹੁਣ ਐਨਰਜੀ ਦੀਆਂ ਆਪਾਂ ਯੂਨਿਟਸ 'ਤੇ ਵੱਧਦੇ ਹਾਂ। ਐਨਰਜੀ ਦੀਆਂ ਯੂਨਿਟਸ ਹੁੰਦੀਆਂ ਜੀ SI ਯੂਨਿਟਸ ਜਾਊਲ ਅਤੇ CGS ਅਰਗ। SI ਯੂਨਿਟਸ ਹੁੰਦੀਆਂ ਜੀ ਜਾਊਲ ਅਤੇ CGS ਹੁੰਦੀਆਂ ਜੀ ਅਰਗ। ਇਹ ਆਪਣੇ ਕੋਲ ਸਿਮਿਲਰ ਹੈ ਜੀ। ਅਤੇ ਉਦੋਂ ਬਾਅਦ ਇੱਕ ਆਪਣੇ ਕੋਲ ਅਦਰ ਯੂਨਿਟ ਵੀ ਹੁੰਦੀ ਹੈ ਜੀ ਜਿਹੜੀ ਇੰਪੋਰਟੈਂਟ ਵਾਲੀ ਆ, ਉਹ ਹੁੰਦੀ ਹੈ ਕੈਲਰੀ। ਤੁਸੀਂ ਸੁਣਿਆ ਹੋਊਗਾ ਵੀ ਇੰਨੇ ਕੈਲਰੀ ਬਰਨ ਕਰ ਲਈ ਕਿਸੇ ਨੇ ਐਕਸਰਸਾਈਜ਼ ਕਰਕੇ। ਕੈਲਰੀ ਭਾਵ ਐਨਰਜੀ, ਉਸਨੇ ਇੰਨੀ ਐਨਰਜੀ ਆਪਦੀ ਲਾ ਦਿੱਤੀ ਆਪਦੀ ਐਕਸਰਸਾਈਜ਼ ਕਰਨ 'ਤੇ, ਕਸਰਤ ਕਰਨ 'ਤੇ। ਹੁਣ ਜਿਹੜੀ ਕੈਲਰੀ ਆ ਉਹਨੂੰ ਆਪਾਂ CAL ਨਾਲ ਡਿਨੋਟ ਕਰਦੇ ਹਾਂ ਜੀ। ਜਿਹੜੀ 1 ਕੈਲਰੀ ਹੁੰਦੀ ਆ, ਹੁਣ ਇਹ ਚੀਜ਼ ਇੰਪੋਰਟੈਂਟ ਆ, ਜਿਹੜੀ 1 ਕੈਲਰੀ ਹੁੰਦੀ ਹੈ ਜੀ ਉਹ ਹੁੰਦੀ ਹੈ 4.18 ਜੂਲ ਦੇ ਬਰਾਬਰ। ਹੁਣ ਇਹ ਚੀਜ਼ ਹੈ ਜਿਹੜੀ ਇਹ ਬਹੁਤ ਇੰਪੋਰਟੈਂਟ ਹੈ ਅਤੇ ਇਹ ਤੁਸੀਂ ਯਾਦ ਰੱਖ ਲੈਣੀ, ਕਿਉਂਕਿ ਇਹ ਤੁਹਾਨੂੰ ਉਹ MCQ ਵਿੱਚ ਪੁੱਛ ਸਕਦੇ ਆ। ਜਿਹੜੀ 1 ਕੈਲਰੀ ਹੁੰਦੀ ਹੈ ਜੀ ਉਹ 4.18 ਜੂਲ ਦੇ ਬਰਾਬਰ ਹੁੰਦੀ ਹੈ। ਉਦੋਂ ਬਾਅਦ ਆਪਣੇ ਕੋਲ ਆਉਂਦੀਆਂ ਜੀ ਐਨਰਜੀ ਦੀਆਂ ਟਾਈਪਸ। ਅੱਗੇ ਐਨਰਜੀ ਦੀ ਟਾਈਪਸ ਹੁੰਦੀਆਂ, ਇਹ ਅੱਗੇ ਐਨਰਜੀ 3 ਹਿੱਸਿਆਂ ਵਿੱਚ ਵੰਡੀ ਹੁੰਦੀ ਹੈ, 3 ਪ੍ਰਕਾਰ ਦੀ ਹੁੰਦੀ ਹੈ। ਇਹ ਜਿਹੜੀਆਂ 3 ਟਾਈਪਸ ਹੈ ਜੀ ਇਹ ਬਹੁਤ ਇੰਪੋਰਟੈਂਟ ਆ। ਇਹ ਤਿੰਨੇ ਤੁਸੀਂ ਨਹੀਂ ਛੱਡਣੀਆਂ, ਕਿਉਂਕਿ ਇਹਨਾਂ ਦੇ ਜਿਹੜੇ ਫਾਰਮੂਲੇ ਆ ਇਹਨਾਂ ਦੇ ਫਾਰਮੂਲੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਪਹਿਲੀ ਟਾਈਪ ਹੁੰਦੀ ਹੈ ਐਨਰਜੀ ਦੀ ਕਾਈਨੈਟਿਕ ਐਨਰਜੀ। ਹੁਣ ਕਾਈਨੈਟਿਕ ਦਾ ਮਤਲਬ ਹੁੰਦਾ ਕਿਸੇ ਵਸਤੂ ਦਾ ਗਤੀ ਵਿੱਚ ਹੋਣਾ, ਇਸੇ ਕਰਕੇ ਇਹਨੂੰ ਪੰਜਾਬੀ ਵਿੱਚ ਕਹਿੰਦੇ ਜੀ ਗਤੀਜ ਊਰਜਾ, ਕਾਈਨੈਟਿਕ ਐਨਰਜੀ। ਹੁਣ ਗਤੀਜ ਊਰਜਾ ਤੋਂ ਕੀ ਭਾਵ ਹੈ ਜੀ, ਜਦੋਂ ਕੋਈ ਵੀ ਵਸਤੂ ਚੱਲਦੀ ਆ ਜਾਂ ਫਿਰ ਗਤੀ ਦੀ ਮੋਸ਼ਨ ਦੀ ਫਾਰਮ ਵਿੱਚ ਹੁੰਦੀ ਹੈ, ਜਦੋਂ ਕੋਈ ਵੀ ਵਸਤੂ, ਤਾਂ ਜਿਹੜੀ ਵਸਤੂ ਮੋਸ਼ਨ ਦੀ ਫਾਰਮ ਦੇ ਕਾਰਨ ਆਪਦੀ ਐਨਰਜੀ ਗੇਨ ਕਰਦੀ ਆ ਉਹਨੂੰ ਆਪਾਂ ਕਹਿੰਦੇ ਹਾਂ ਜੀ ਗਤੀਜ ਊਰਜਾ। ਹੁਣ ਐਗਜ਼ਾਮਪਲ ਆਪਣੇ ਕੋਲ ਲਾ ਲਓ ਜੀ, ਕੋਈ ਵੀ ਜਦੋਂ ਐਰੋ ਛੱਡਦਾ ਬੋ ਵਿੱਚੋਂ, ਭਾਵ ਜਦੋਂ ਕੋਈ ਕਮਾਨ ਵਿੱਚੋਂ ਤੀਰ ਛੱਡਿਆ ਜਾਂਦਾ, ਜਦੋਂ ਤੀਰ ਚੱਲਦਾ ਜੀ ਤੀਰ ਦੇ ਚੱਲਣ ਦੇ ਕਾਰਨ ਜਿਹੜੀ ਊਰਜਾ ਪੈਦਾ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਹਾਂ ਜੀ ਗਤੀਜ ਊਰਜਾ। ਜਾਂ ਫਿਰ ਕੋਈ ਵੀ ਲਾ ਲਓ ਹੋਰ ਐਗਜ਼ਾਮਪਲ, ਭਾਵ ਜੇ ਕਿਸੇ ਡੈਮ ਵਿੱਚੋਂ ਪਾਣੀ ਨੂੰ ਛੱਡਿਆ ਜਾਂਦਾ, ਪਾਣੀ ਦੇ ਡਿੱਗਣ ਦੇ ਕਾਰਨ ਊਰਜਾ ਪੈਦਾ ਹੁੰਦੀ ਹੈ, ਤਾਂ ਉਹ ਊਰਜਾ ਨੂੰ ਉਹ ਵਰਕ ਵਿੱਚ ਤਬਦੀਲ ਕਰ ਲੈਂਦੇ ਆ ਅਤੇ ਉਹ ਵਰਕ ਅੱਗੇ ਆਪਾਂ ਨੂੰ ਇਲੈਕਟ੍ਰੀਸਿਟੀ ਪ੍ਰਦਾਨ ਕਰਦਾ ਹੈ। ਹੁਣ ਜਿਹੜੇ ਪਾਣੀ ਦੇ ਛੱਡਣ ਕਰਕੇ, ਪਾਣੀ ਦੀ ਗਤੀ ਕਰਕੇ ਊਰਜਾ ਪੈਦਾ ਹੋਈ ਉਹਨੂੰ ਆਪਾਂ ਕਹਾਂਗੇ ਜੀ ਗਤੀਜ ਊਰਜਾ, ਕਾਈਨੈਟਿਕ ਐਨਰਜੀ। ਉਸ ਤੋਂ ਬਾਅਦ ਇਹਦਾ ਫਾਰਮੂਲਾ ਹੁੰਦਾ ਜੀ, ਇਹਦਾ ਫਾਰਮੂਲਾ ਬਹੁਤ ਇੰਪੋਰਟੈਂਟ ਆ। ਤੁਹਾਡੇ ਸਿਲੇਬਸ ਵਿੱਚ ਇਹਦੀ ਡੈਰੀਵੇਸ਼ਨ ਨਹੀਂ ਹੈਗੀ ਵੀ ਇਹ ਫਾਰਮੂਲਾ ਕਿਵੇਂ ਬਣਿਆ, ਅਤੇ ਨਾ ਤੁਹਾਨੂੰ ਇਹ ਨੈਸੈਸਰੀ ਹੈ, ਤੁਹਾਨੂੰ ਸਿਰਫ ਫਾਰਮੂਲਾ ਯਾਦ ਹੋਣਾ ਚਾਹੀਦਾ ਅਤੇ ਇਹਦੇ ਵਿੱਚ ਵੈਲਿਊਜ਼ ਭਰਨੀਆਂ ਤੁਸੀਂ। ਹੁਣ ਜਿਹੜੀ ਕਾਈਨੈਟਿਕ ਐਨਰਜੀ ਹੁੰਦੀ ਹੈ ਜੀ ਇਹ ਹੁੰਦੀ ਆ 12 mv²। M ਆਪਣੇ ਕੋਲ ਹੁੰਦਾ ਜੀ ਮਾਸ, ਅਤੇ ਜਿਹੜੀ V ਹੁੰਦੀ ਹੈ ਜੀ ਉਹ ਹੁੰਦੀ ਹੈ ਵੈਲੋਸਿਟੀ, ਵੇਗ। ਅਤੇ ਇਹ ਜਿਹੜਾ ਫਾਰਮੂਲਾ ਇਹਨੂੰ ਤੁਸੀਂ ਯਾਦ ਕਰ ਲੈਣਾ। ਉਹ ਤੁਹਾਨੂੰ ਟਰਮਸ ਦੇ ਦੇਣਗੇ, mv ਦੀ ਵੈਲਿਊ ਦੇ ਦੇਣਗੇ ਜਾਂ ਫਿਰ m ਦੀ ਵੈਲਿਊ ਦੇ ਦੇਣਗੇ, ਜਾਂ ਫਿਰ ਤੁਹਾਨੂੰ ਉਹ ਕਾਈਨੈਟਿਕ ਐਨਰਜੀ ਦੱਸ ਦੇਣਗੇ ਅਤੇ ਕਹਿ ਦੇਣਗੇ ਮਾਸ ਦੱਸੋ ਅਤੇ ਵੈਲੋਸਿਟੀ ਦੱਸ ਦੇਣਗੇ। ਭਾਵ ਇਹਨਾਂ ਤਿੰਨਾਂ ਵਿੱਚੋਂ ਉਹ ਤੁਹਾਨੂੰ 2 ਦੇ ਦੇਣਗੇ ਵੈਲਿਊਜ਼, ਅਤੇ ਤੁਸੀਂ ਤੀਜੀ ਫਾਈਂਡ ਕਰਨੀ ਹੋਊਗੀ। ਇਸੇ ਤਰ੍ਹਾਂ ਤੁਸੀਂ ਅੱਗੇ ਨੂਮੈਰੀਕਲ ਕਰ ਲਓਗੇ। ਇਹਦੇ ਬਹੁਤ ਸਾਰੇ ਨੂਮੈਰੀਕਲ ਤੁਹਾਨੂੰ ਮਿਲ ਜਾਣਗੇ, ਅਤੇ ਇਹਦੇ ਨੂਮੈਰੀਕਲ ਤੁਸੀਂ ਜ਼ਰੂਰ ਪ੍ਰੈਕਟਿਸ ਕਰਨੇ ਆ, ਕਿਉਂਕਿ ਇਹ ਪੱਕਾ ਪੇਪਰ ਵਿੱਚ ਪੁੱਛ ਸਕਦੇ ਸਵਾਲ। ਇਹਦੇ ਵਿੱਚੋਂ ਇਹਨਾਂ ਤਿੰਨਾਂ ਵਿੱਚੋਂ ਇੱਕ ਸਵਾਲ ਪੁੱਛ ਸਕਦੇ ਉਹ। ਉਸ ਤੋਂ ਬਾਅਦ ਆਪਣੇ ਕੋਲ ਅੱਗੇ ਆਉਂਦਾ ਜੀ ਪੋਟੈਂਸ਼ੀਅਲ ਐਨਰਜੀ। ਪੋਟੈਂਸ਼ੀਅਲ ਐਨਰਜੀ ਹੈ ਜੀ ਉਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਸਥਿਤੀਜ ਊਰਜਾ। ਹੁਣ ਸਥਿਤੀਜ ਤੋਂ ਭਾਵ ਕਿਸੇ ਵਸਤੂ ਦੀ ਪੋਜੀਸ਼ਨ, ਸਥਿਤੀ ਤੋਂ ਭਾਵ ਪੋਜੀਸ਼ਨ, ਭਾਵ ਕੋਈ ਵੀ ਵਸਤੂ ਜਿਹੜੀ ਆਪਦੀ ਪੋਜੀਸ਼ਨ ਦੇ ਕਾਰਨ, ਭਾਵ ਕਿਸੇ
ਹਾਈਟ 'ਤੇ ਪਈ ਆ, ਰੈਸਟ 'ਤੇ ਪਈ ਆ, ਤਾਂ ਉਹ ਪੋਜੀਸ਼ਨ ਦੇ ਕਾਰਨ ਉਹ ਮੋਸ਼ਨ ਵਿੱਚ ਨਹੀਂ ਹੈਗੀ। ਇਹਦੇ ਵਿੱਚ ਇਹ ਚੀਜ਼ ਇੰਪੋਰਟੈਂਟ ਆ ਵੀ ਉਹ ਵਸਤੂ ਰੈਸਟ 'ਤੇ ਆ। ਜੇ ਕੋਈ ਵੀ ਵਸਤੂ ਜਿਹਦੀ ਊਰਜਾ ਉਹਦੇ ਰੈਸਟ ਵਿੱਚ ਹੋਣ ਕਰਕੇ ਪੈਦਾ ਹੁੰਦੀ ਪਈ ਆ, ਤਾਂ ਆਪਾਂ ਉਸ ਤਰ੍ਹਾਂ ਦੀ ਊਰਜਾ ਨੂੰ ਕਹਾਂਗੇ ਜੀ ਸਥਿਤੀਜ ਊਰਜਾ, ਪੋਟੈਂਸ਼ੀਅਲ ਐਨਰਜੀ। ਹੁਣ ਜਿਹੜੀ ਪੋਟੈਂਸ਼ੀਅਲ ਐਨਰਜੀ ਦੀ ਐਗਜ਼ਾਮਪਲ ਹੈ ਜੀ, ਲਾ ਲਓ ਤੁਸੀਂ ਕੋਈ ਬਾਲ ਆ, ਬਾਲ ਹਵਾ ਵਿੱਚ ਫੜੀ ਹੋਈ ਹੈ। ਹੁਣ ਜਿਹੜੀ ਬਾਲ ਆ ਤੁਸੀਂ h ਹਾਈਟ 'ਤੇ ਫੜੀ ਹੋਈ ਆ ਹਵਾ ਵਿੱਚ। ਹੁਣ ਜਦੋਂ ਆਪਾਂ ਬਾਲ ਨੂੰ ਛੱਡਦੇ ਹਾਂ ਤਾਂ ਬਾਲ ਥੱਲੇ ਡਿੱਗ ਜਾਂਦੀ ਹੈ। ਬਾਲ ਵਿੱਚ ਊਰਜਾ ਹੈ ਤਾਂ ਕਰਕੇ ਉਹ ਥੱਲੇ ਜਾਂਦੀ ਹੈ। ਉਦੋਂ ਇਹ ਆਪਣੀ ਐਗਜ਼ਾਮਪਲ ਲਾ ਲਓ ਜੀ, ਲਾ ਲਓ ਤੁਸੀਂ ਕੋਈ ਬਾਲ ਫੜੀ ਹੋਈ ਆ, ਉਹਨੂੰ ਤੁਸੀਂ h ਹਾਈਟ 'ਤੇ ਫੜਿਆ ਹੋਇਆ ਅਤੇ ਉਹਦੇ ਵਿੱਚ ਊਰਜਾ ਹੈ, ਉਹਦੇ ਵਿੱਚ ਸਥਿਤਿਜ ਊਰਜਾ ਹੋਊਗੀ ਜਿਹੜੀ h ਹਾਈਟ 'ਤੇ ਫੜਨ ਕਰਕੇ ਹੋਊਗੀ, ਕਿਉਂਕਿ ਜਿਹੜੀ ਬਾਲ ਆ ਇਸ ਹਾਈਟ 'ਤੇ ਡਿੱਗਣਾ ਚਾਹੂਗੀ, ਉਹ ਗਰਾਊਂਡ 'ਤੇ ਆਉਣਾ ਚਾਹੂਗੀ, ਕਿਉਂਕਿ ਜਿਹੜੀ ਊਰਜਾ ਹੈ ਉਹਦੇ ਵਿੱਚ ਉਹ ਉਹਨੂੰ ਥੱਲੇ ਲਿਆਉਣਾ ਚਾਹੂਗੀ। ਉਹਨੂੰ ਆਪਾਂ ਕਹਾਂਗੇ ਜੀ ਸਥਿਤਿਜ ਊਰਜਾ। ਜਾਂ ਫਿਰ ਇੱਕ ਹੋਰ ਵਧੀਆ ਐਗਜ਼ਾਮਪਲ ਹੈ ਜੀ, ਡੈਮ ਵਿੱਚ ਖੜਿਆ ਪਾਣੀ। ਹੁਣ ਡੈਮ ਵਿੱਚ ਖੜਿਆ ਪਾਣੀ ਵਾਹਵਾ ਹਾਈਟ 'ਤੇ ਖੜਿਆ ਹੁੰਦਾ ਜੀ, ਜਦੋਂ ਆਪਾਂ ਉਹਨੂੰ ਛੱਡਦੇ ਹਾਂ ਤਾਂ ਉਹ ਚੇਂਜ ਹੋ ਕੇ ਕਾਈਨੈਟਿਕ ਐਨਰਜੀ ਵਿੱਚ ਬਦਲ ਜਾਂਦਾ ਜਦੋਂ ਮੋਸ਼ਨ ਵਿੱਚ ਹੁੰਦਾ। ਜਿਹੜਾ ਡੈਮ ਵਿੱਚ ਖੜਿਆ ਪਾਣੀ ਆ, ਜਦੋਂ ਉਹ ਖੜਾ ਹੁੰਦਾ ਤਾਂ ਉਦੋਂ ਜਿਹੜੀ ਉਹਦੇ ਵਿੱਚ ਊਰਜਾ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਜੀ ਪੋਟੈਂਸ਼ੀਅਲ ਐਨਰਜੀ, ਸਥਿਤਿਜ ਊਰਜਾ। ਹੁਣ ਇਹ ਆਪਾਂ ਕੱਢਦੇ ਕਿਵੇਂ ਆ? ਫਾਰਮੂਲਾ ਹੁੰਦਾ ਜੀ, ਇਹਨੂੰ ਆਪਾਂ PE ਲਿਖਦੇ ਹਾਂ, ਇਹਦਾ ਫਾਰਮੂਲਾ ਹੁੰਦਾ mgh। ਹੁਣ ਜਿਹੜਾ m ਹੁੰਦਾ ਇਹਨੂੰ ਮਾਸ ਕਹਿੰਦੇ ਆ ਜੀ, ਜਿਹੜਾ g ਹੁੰਦਾ ਇਹਨੂੰ ਕਹਿੰਦੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਹੁਣ ਜਿਹੜੀ ਇਹ ਆ, ਇਹ ਆਪਾਂ ਅੱਗੇ ਜਦੋਂ ਗ੍ਰੈਵਿਟੇਸ਼ਨ ਚੈਪਟਰ ਕਰਾਂਗੇ ਇਹ ਤੁਹਾਨੂੰ ਉਹਦੇ ਵਿੱਚ ਸਮਝਾਈ ਜਾਊਗੀ, ਪਰ ਫਿਲਹਾਲ ਤੁਸੀਂ ਇਹਦੀ ਵੈਲਿਊ ਯਾਦ ਕਰ ਲੈਣੀ ਜੀ। ਉਹ ਹੁੰਦੀ ਆ 9.8 ਮੀਟਰ ਪਰ ਸੈਕਿੰਡ ਸਕੁਏਅਰ। ਇਹ ਤੁਸੀਂ ਯਾਦ ਕਰ ਲੈਣੀ ਆ, ਇਹ ਤੁਹਾਨੂੰ ਅੱਗੇ ਵੀ ਕੰਮ ਆਊਗੀ। ਹੁਣ ਜਿਹੜਾ h ਹੁੰਦਾ ਉਹ ਹੁੰਦਾ ਹਾਈਟ, ਕਿਸ ਹਾਈਟ 'ਤੇ ਕੋਈ ਵਸਤੂ ਖੜੀ ਹੋਈ ਆ। ਹੁਣ ਲਾ ਲਓ ਜਿਵੇਂ ਆਹ ਪੈਨ ਰੱਖਿਆ ਹੋਇਆ, ਮੈਂ ਹਾਈਟ 'ਤੇ ਰੱਖਿਆ ਹੋਇਆ ਕਿਸੇ, ਇਹਨੂੰ ਜਦੋਂ ਮੈਂ ਛੱਡੂੰਗਾ ਤਾਂ ਇਹ ਥੱਲੇ ਡਿੱਗ ਜਾਏਗਾ, ਕਾਈਨੈਟਿਕ ਐਨਰਜੀ ਵਿੱਚ ਬਦਲ ਜਾਏਗਾ। ਹੁਣ ਇਹਦੇ ਵਿੱਚ ਕੋਈ ਨਾ ਕੋਈ ਊਰਜਾ ਸੀ ਜਿਹੜੀ ਕਾਈਨੈਟਿਕ ਐਨਰਜੀ ਵਿੱਚ ਬਦਲੀ ਆਪਦੀ ਸਥਿਤੀ ਦੇ ਕਾਰਨ। ਹੁਣ ਜਿਹੜੀ ਸਥਿਤੀ ਦੇ ਕਾਰਨ ਉਹਦੇ ਵਿੱਚ ਊਰਜਾ ਸੀਗੀ ਉਹਨੂੰ ਆਪਾਂ ਕਹਾਂਗੇ ਜੀ ਸਥਿਤਿਜ ਊਰਜਾ। ਇਹਦਾ ਜਿਹੜਾ ਫਾਰਮੂਲਾ ਜੀ ਇਹ ਵੀ ਇੰਪੋਰਟੈਂਟ ਆ, ਇਹ ਵੀ ਤੁਸੀਂ ਯਾਦ ਕਰ ਲੈਣਾ। ਉਦੋਂ ਬਾਅਦ ਆਪਣੇ ਕੋਲ ਲਾਸਟ 'ਤੇ ਆਉਂਦੀ ਹੈ ਜੀ ਮਕੈਨੀਕਲ ਐਨਰਜੀ, ਯੰਤਰਿਕ ਊਰਜਾ। ਹੁਣ ਜਿਹੜੀ ਮਕੈਨੀਕਲ ਐਨਰਜੀ ਹੈ, ਮਕੈਨੀਕਲ ਤੋਂ ਪਹਿਲਾਂ ਹੀ ਭਾਵ ਆਉਂਦਾ ਜੀ ਮਸ਼ੀਨਜ਼। ਹੁਣ ਜਿਹੜੀਆਂ ਦੁਨੀਆ ਦੀਆਂ ਸਾਰੀਆਂ ਮਸ਼ੀਨਾਂ, ਜਿਹੜੀ ਵੀ ਮਸ਼ੀਨ ਆ ਦੁਨੀਆ ਵਿੱਚ, ਉਹ ਹਰੇਕ ਮਸ਼ੀਨ ਦੇ ਵਿੱਚ ਇਹ ਊਰਜਾ ਪਾਈ ਜਾਂਦੀ ਹੈ। ਇਹ ਊਰਜਾ ਹੁੰਦੀ ਹੈ ਉਸ ਮਸ਼ੀਨ ਦੇ ਵਿੱਚ, ਇਸੇ ਊਰਜਾ ਨਾਲ ਉਹ ਮਸ਼ੀਨ ਚੱਲਦੀ ਹੈ। ਹੁਣ ਇਹ ਊਰਜਾ ਨੂੰ ਆਪਾਂ ਕਹਿੰਦੇ ਜੀ, ਇਹਦੀ ਜਿਹੜੀ ਫਾਰਮੂਲਾ ਹੁੰਦਾ ਜੀ, ਇਹਦਾ ਫਾਰਮੂਲਾ ਹੁੰਦਾ ਪੋਟੈਂਸ਼ੀਅਲ ਐਨਰਜੀ ਪਲੱਸ ਕਾਈਨੈਟਿਕ ਐਨਰਜੀ, ਸਥਿਤਿਜ ਊਰਜਾ ਪਲੱਸ ਗਤਿਜ ਊਰਜਾ। ਹੁਣ ਜਿਹੜੀ ਪੋਟੈਂਸ਼ੀਅਲ ਐਨਰਜੀ ਆ ਅਤੇ ਜਿਹੜੀ ਕਾਈਨੈਟਿਕ ਐਨਰਜੀ ਆ, ਇਹਨਾਂ ਦੇ ਸਮ ਨੂੰ, ਇਹਨਾਂ ਦੇ ਜੋੜ ਨੂੰ ਆਪਾਂ ਕਹਿੰਦੇ ਆ ਜੀ ਮਕੈਨੀਕਲ ਐਨਰਜੀ। ਕਿਉਂਕਿ ਜਦੋਂ ਮਸ਼ੀਨਸ ਚੱਲਦੀਆਂ, ਮਸ਼ੀਨਸ ਵਿੱਚ ਸਥਿਤਿਜ ਊਰਜਾ ਵੀ ਚਾਹੀਦੀ ਆ, ਸਥਿਤਿਜ ਊਰਜਾ ਵੀ ਲੱਗਦੀ ਆ ਅਤੇ ਕਾਈਨੈਟਿਕ ਐਨਰਜੀ ਵੀ ਲੱਗਦੀ ਆ, ਮੂਵਮੈਂਟ ਵੀ ਹੁੰਦੀ ਹੈ ਅਤੇ ਉੱਥੇ ਖੜ੍ਹਦੀਆਂ ਵੀ ਮਸ਼ੀਨਸ। ਇਸੇ ਕਰਕੇ ਜਿਹੜੀ ਇਹ ਊਰਜਾ ਇਹਨੂੰ ਮਕੈਨੀਕਲ ਐਨਰਜੀ ਕਹਿੰਦੇ ਆ, ਅਤੇ ਇਹ ਇਹਨਾਂ ਦੋਵਾਂ ਦੇ ਜੋੜ ਦਾ ਹੁੰਦਾ ਸਮ, ਪੋਟੈਂਸ਼ੀਅਲ ਐਨਰਜੀ ਅਤੇ ਕਾਈਨੈਟਿਕ ਐਨਰਜੀ। ਇਹਦੇ ਵਿੱਚ ਇੰਨਾ ਕੋਈ ਸੀਗਾ ਜੀ। ਪਰ ਇੱਕ ਗੱਲ ਯਾਦ ਰੱਖਣੀ ਹੈ, ਜਿਹੜੀਆਂ ਇਹਨਾਂ ਤਿੰਨਾਂ ਦੀ ਯੂਨਿਟਸ ਆ ਇਹ ਜਾਊਲ ਹੀ ਹੈ ਜੀ, ਕਿਉਂਕਿ ਐਨਰਜੀ ਦੀ ਯੂਨਿਟਸ ਜਿਹੜੀਆਂ ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸ ਚੁੱਕਾ, ਐਨਰਜੀ ਦੀਆਂ ਯੂਨਿਟਸ ਜਾਊਲ। ਇਹ ਸੇਮ ਹੀ ਹੋਣਗੀਆਂ ਤਿੰਨਾਂ ਵਾਸਤੇ, ਕਾਈਨੈਟਿਕ ਐਨਰਜੀ, ਪੋਟੈਂਸ਼ੀਅਲ ਐਨਰਜੀ ਅਤੇ ਮਕੈਨੀਕਲ ਐਨਰਜੀ ਵਾਸਤੇ ਸੇਮ ਹੀ ਹੋਣਗੀਆਂ ਜੀ। ਉਦੋਂ ਬਾਅਦ ਆਪਾਂ ਅਗਲੇ ਟੌਪਿਕ 'ਤੇ ਵੱਧਦੇ ਹਾਂ ਜੀ। ਆਪਣੇ ਅਗਲਾ ਟੌਪਿਕ ਆਪਣੇ ਕੋਲ ਹੈਗਾ ਜੀ ਪਾਵਰ, ਸ਼ਕਤੀ। ਹੁਣ ਪਾਵਰ ਤੋਂ ਕੀ ਭਾਵ ਹੈ ਜੀ? ਪਾਵਰ ਤੋਂ ਸਿੱਧਾ ਮਤਲਬ ਆਉਂਦਾ ਜੀ ਰੇਟ ਆਫ ਡੂਇੰਗ ਵਰਕ, ਕਾਰਜ ਕਰਨ ਦੀ ਦਰ ਨੂੰ ਪਾਵਰ ਕਹਿੰਦੇ ਆ। ਹੁਣ ਕਾਰਜ ਕਰਨ ਦੀ ਦਰ ਤੋਂ ਭਾਵ ਕਾਰਜ ਕਰਨ ਦੀ ਸਪੀਡ, ਕਿਸੇ ਵਸਤੂ ਦੇ ਦੁਆਰਾ ਜਾਂ ਫਿਰ ਕਿਸੇ ਵੀ ਚੀਜ਼ ਦੇ ਦੁਆਰਾ ਕਿਸ ਸਪੀਡ 'ਤੇ ਵਰਕ ਹੋ ਰਿਹਾ, ਕਿਸ ਸਪੀਡ 'ਤੇ ਕਾਰਜ ਹੋ ਰਿਹਾ, ਉਹਨੂੰ ਆਪਾਂ ਕਹਾਂਗੇ ਜੀ ਪਾਵਰ। ਹੁਣ ਜਿਹਦੇ ਕੋਲੇ ਤਾਂ ਪਾਵਰ ਜ਼ਿਆਦਾ ਆ ਉਹ ਜ਼ਿਆਦਾ ਵਰਕ ਕਰੂਗੀ ਘੱਟ ਟਾਈਮ ਵਿੱਚ, ਅਤੇ ਜਿਹਦੇ ਕੋਲੇ ਪਾਵਰ ਘੱਟ ਆ ਉਹ ਘੱਟ ਵਰਕ ਕਰੂਗੀ ਵੱਧ ਟਾਈਮ 'ਚ। ਕਾਰਜ ਕਰਨ ਦੀ ਦਰ, ਸਪੀਡ ਆਫ ਡੂਇੰਗ ਵਰਕ ਇਜ਼ ਕਾਲਡ ਪਾਵਰ, ਸ਼ਕਤੀ। ਹੁਣ ਜਿਹੜਾ ਪਾਵਰ ਦਾ ਫਾਰਮੂਲਾ ਹੁੰਦਾ ਜੀ ਆਪਣੇ ਕੋਲੇ, ਇਹ ਹੁੰਦਾ ਵਰਕ ਬਟੇ ਟਾਈਮ। ਇਹ ਉਹਦੇ ਵਿੱਚ ਹੀ ਆਪਾਂ ਦੱਸਤਾ ਸੀਗਾ, ਕਾਰਜ ਕਰਨ ਦੀ ਦਰ, ਵਰਕ ਬਟੇ ਟਾਈਮ, ਇਹਨੂੰ ਆਪਾਂ ਕਹਿੰਦੇ ਹਾਂ ਜੀ ਪਾਵਰ।
ਹੁਣ ਆਪਾਂ ਨੂੰ ਪਤਾ ਵਰਕ ਦੀਆਂ ਜਿਹੜੀਆਂ ਯੂਨਿਟਸ ਹੁੰਦੀਆਂ ਜੀ, ਵਰਕ ਦੀਆਂ ਯੂਨਿਟਸ ਹੁੰਦੀਆਂ ਆਪਣੇ ਕੋਲੇ ਜਾਊਲ, ਸੈਕਿੰਡ ਜਾਊਲ ਦੀ ਹੁੰਦੀ ਹੈ ਵਰਕ ਦੀ ਯੂਨਿਟ, ਅਤੇ ਟਾਈਮ ਆਪਣਾ ਥੱਲੇ ਸੀਗਾ ਜਾਊਲ ਪਰ ਸੈਕਿੰਡ, ਇਹ ਆ ਜਾਊਗਾ ਜੀ ਆਪਣੇ ਕੋਲ। ਅਤੇ ਆਪਾਂ ਨੂੰ ਪਤਾ ਜਿਹੜੇ ਜਾਊਲ ਆ, ਆਪਾਂ ਜਾਊਲ ਨੂੰ ਆਪਾਂ ਨਿਊਟਨ ਮੀਟਰ ਵੀ ਕਹਿੰਦੇ ਆ, ਇਹ ਤੁਹਾਨੂੰ ਪਿੱਛੇ ਦੱਸ ਕੇ ਹਟੇ ਆ, ਨਿਊਟਨ ਮੀਟਰ ਵੀ ਕਹਿੰਦੇ ਆ, ਇਸੇ ਕਰਕੇ ਨਿਊਟਨ ਮੀਟਰ ਪਰ ਸੈਕਿੰਡ ਆ ਜਾਊਗਾ, ਇਹ ਵੀ ਆ ਸਕਦਾ। ਪਰ ਜਿਹੜੀ ਇਹਦੀ ਕਾਮਨ ਯੂਨਿਟ ਆ, ਜਿਹੜੀ ਇਹਨੂੰ ਆਪਾਂ ਕਹਿੰਦੇ ਆ ਜਾਊਲ ਪਰ ਸੈਕਿੰਡ ਨੂੰ ਜਿਹੜਾ ਆਪਾਂ ਕਹਿੰਦੇ ਆ, ਇਹ ਕਹਿੰਦੇ ਆ ਜੀ ਵਾਟ। ਇਹ ਤੁਸੀਂ ਸੁਣਿਆ ਵੀ ਹੋਊਗਾ ਵੀ ਇੰਨੇ ਵਾਟ ਬਿਜਲੀ ਮੱਚ ਗਈ, ਇੰਨੇ ਵਾਟ ਲੱਗ ਗਏ, ਇਹ ਚੀਜ਼ਾਂ ਹੁੰਦੀਆਂ ਜੀ। ਇਹ ਚੀਜ਼ ਹੁੰਦੀ ਆ ਪਾਵਰ, ਪਾਵਰ ਦੀ ਯੂਨਿਟ ਤੋਂ ਕਹਿੰਦੇ ਆ ਜੀ ਵਾਟ। ਉਦੋਂ ਬਾਅਦ ਜਿਹੜੇ ਪਾਵਰ ਦਾ ਅਦਰ ਫਾਰਮੂਲਾ ਭਾਵ ਹੋਰ ਫਾਰਮੂਲਾ, ਉਦੋਂ ਬਾਅਦ ਇਹਦਾ ਜਿਹੜਾ ਪਾਵਰ ਦਾ ਹੋਰ ਫਾਰਮੂਲਾ ਆਪਾਂ ਕਿਵੇਂ ਕੱਢਾਂਗੇ ਜੀ। ਮੰਨ ਲਓ ਆਪਾਂ ਨੂੰ ਪਤਾ ਜਿਹੜਾ ਵਰਕ ਹੁੰਦਾ ਉਹ F.S ਹੁੰਦਾ, ਇਹਨਾਂ ਵਿੱਚ ਡਾਟ ਪ੍ਰੋਡਕਟ ਹੁੰਦਾ ਵਰਕ ਆਪਣੇ ਕੋਲ, ਬਲ ਅਤੇ ਵਿਸਥਾਪਨ ਦੇ ਵਿੱਚ ਆਪਣੇ ਕੋਲ ਡਾਟ ਪ੍ਰੋਡਕਟ ਹੁੰਦਾ। ਹੁਣ ਜਿਹੜਾ ਬਲ ਅਤੇ ਵਿਸਥਾਪਨ ਦੀ ਆਪਾਂ ਜਿਹੜੀ ਵੈਲਿਊ ਆ ਉਹ ਆਪਾਂ ਇੱਥੇ ਭਰ ਸਕਦੇ ਹਾਂ F.S ਵਰਕ ਦੀ ਥਾਂ 'ਤੇ, W ਦੀ ਥਾਂ 'ਤੇ ਇੱਥੇ ਭਰਤੀ ਜੀ ਆਪਾਂ F.S ਬਟੇ ਟਾਈਮ। ਹੁਣ ਜਿਹੜਾ ਆਪਣੇ ਕੋਲ ਵਿਸਥਾਪਨ ਬਟੇ ਟਾਈਮ ਸੀਗਾ, ਇਹਨੂੰ ਆਪਾਂ ਕੀ ਕਹਿੰਦੇ ਸੀਗੇ, ਵਿਸਥਾਪਨ ਬਟੇ ਟਾਈਮ ਨੂੰ ਆਪਾਂ ਕੀ ਕਹਿੰਦੇ ਸੀਗੇ, ਵਿਸਥਾਪਨ ਬਟੇ ਟਾਈਮ ਨੂੰ ਆਪਾਂ ਕਹਿੰਦੇ ਸੀਗੇ ਜੀ ਵੈਲੋਸਿਟੀ, ਵੇਗ ਨੂੰ ਆਪਾਂ ਕਹਿੰਦੇ ਸੀ ਵਿਸਥਾਪਨ ਬਟੇ ਟਾਈਮ। ਇਸੇ ਕਰਕੇ ਆਪਾਂ ਇੱਥੇ v ਭਰ ਸਕਦੇ ਹਾਂ ਇਹਨਾਂ ਦੋਵਾਂ ਦੀ ਥਾਂ 'ਤੇ। ਇਸੇ ਤਰ੍ਹਾਂ ਆਪਣੇ ਕੋਲ ਆਹ ਫਾਰਮੂਲਾ ਆ ਜਾਊਗਾ ਜੀ F.V, ਫੋਰਸ ਅਤੇ ਵੈਲੋਸਿਟੀ ਦੇ ਵਿੱਚ ਜਿਹੜਾ ਆਪਣੇ ਕੋਲ ਇਹ ਰਿਲੇਸ਼ਨ ਆ ਜਾਏਗਾ। ਉਹ ਤੁਹਾਨੂੰ ਵੈਲੋਸਿਟੀ ਦੱਸ ਸਕਦੇ ਕਿਸੇ ਵੀ ਵਸਤੂ ਦੀ, ਅਤੇ ਉਹਦੇ 'ਤੇ ਲੱਗਣ ਵਾਲਾ ਬਲ ਦੱਸ ਸਕਦੇ, ਤੁਸੀਂ ਪਾਵਰ ਕੱਢਣੀ ਹੋਊਗੀ, ਜਾਂ ਫਿਰ ਤੁਹਾਨੂੰ ਉਹ ਬਲ ਦੱਸ ਸਕਦੇ ਆ ਅਤੇ ਪਾਵਰ ਦੱਸ ਸਕਦੇ, ਤੁਸੀਂ ਵੈਲੋਸਿਟੀ ਕੱਢਣੀ ਹੋਊਗੀ ਇਸ ਤਰੀਕੇ ਨਾਲ। ਹੁਣ ਜਿਹੜੀ ਇਹ ਚੀਜ਼ ਆ ਇਹ ਵੀ ਤੁਸੀਂ ਧਿਆਨ ਰੱਖਣੀ ਹੈ, ਇਹਨਾਂ ਵਿੱਚ ਡਾਟ ਪ੍ਰੋਡਕਟ। ਹੁਣ ਜਿਹੜਾ ਇਹ ਡਾਟ ਪ੍ਰੋਡਕਟ ਇਹਨੂੰ ਸੋਲਵ ਵੀ ਕਰਨਾ, ਸਿੱਧਾ ਹੀ ਨਹੀਂ ਬਈ F. ਅਤੇ V ਦੇਤਾ ਉਹਨਾਂ ਨੇ ਤੁਸੀਂ ਸਿੱਧਾ ਹੀ ਚੱਕ ਕੇ ਕਰਤਾ, ਇੱਦਾਂ ਨਹੀਂ ਹੁੰਦਾ ਜੀ। ਇਹਨਾਂ ਦੋਵਾਂ ਨੂੰ ਪਹਿਲਾਂ ਖੋਲ੍ਹਣਾ ਪਏਗਾ ਤੁਹਾਨੂੰ, F.V cos ਥੀਟਾ, ਉਹ ਤੋਂ ਬਾਅਦ ਥੀਟੇ ਦੀ ਵੈਲਿਊ, ਇਹ ਵੀ ਤੁਸੀਂ ਵੈਲਿਊ ਯਾਦ ਕਰਕੇ ਜਾਣੀਆਂ ਕਾਸ ਦੀਆਂ ਅਤੇ ਸਾਈਨ ਦੀਆਂ, ਇਹ ਜ਼ਰੂਰੀ ਹੋਣਗੀਆਂ ਪੇਪਰ ਵਿੱਚ ਤੁਹਾਨੂੰ ਯਾਦ ਕਰਨੀਆਂ। ਉਦੋਂ ਬਾਅਦ ਆਪਣੇ ਕੋਲ ਪਾਵਰ ਦੀਆਂ ਅਦਰ ਯੂਨਿਟ ਆ ਜਾਂਦੀਆਂ, ਹੋਰ ਪਾਵਰ ਦੀਆਂ ਯੂਨਿਟਸ ਕਿਹੜੀਆਂ ਹੁੰਦੀਆਂ ਕਾਮਨ ਜਿਹੜੀਆਂ ਵਰਤੀਆਂ ਜਾਂਦੀਆਂ ਅਤੇ ਜਿਹੜੀਆਂ ਇੰਪੋਰਟੈਂਟ ਹੁੰਦੀਆਂ ਜੀ। ਆਪਾਂ ਨੂੰ ਪਤਾ ਵਾਟ ਹੁੰਦੀ ਹੈ ਜੀ, ਇਹ ਸਾਰੀਆਂ ਹੈਗੀਆਂ ਵਾਟ ਦੇ ਰਿਲੇਸ਼ਨ ਦੇ ਨਾਲ, ਵਾਟ ਹੁੰਦੀ ਹੈ ਜਿਹੜੀ ਆਪਣੀ ਕਾਮਨ ਯੂਨਿਟ। ਹੁਣ ਜਿਹੜੀ 1 ਕਿਲੋਵਾਟ ਆ, 1 ਕਿਲੋਵਾਟ ਵੀ ਤੁਸੀਂ ਸੁਣਿਆ ਹੋਊਗਾ ਜੀ ਜ਼ਿਆਦਾਤਰ ਆਪਣੇ ਆਮ ਜ਼ਿੰਦਗੀ ਵਿੱਚ। 1 ਕਿਲੋਵਾਟ ਹੁੰਦੀ ਹੈ ਜੀ 10 ਦੀ ਪਾਵਰ 3, ਕਿਲੋ ਦਾ ਆਪਾਂ ਨੂੰ ਪਤਾ ਜੀ ਹਜ਼ਾਰ ਨੂੰ ਕਿਲੋ ਕਹਿੰਦੇ ਆਪਾਂ, 10 ਦੀ ਪਾਵਰ 3 ਇਹ ਹੁੰਦੀ ਹੈ ਜੀ 1 ਵਾਟ ਦੇ, 10 ਦੀ ਪਾਵਰ 3 ਵਾਟ ਦੇ ਬਰਾਬਰ ਹੁੰਦੀ ਹੈ। ਇਹ ਵੱਡੀਆਂ ਯੂਨਿਟਸ ਆ ਸਾਰੀਆਂ ਇਹਦੇ ਤੋਂ, ਵਾਟ ਤੋਂ। ਹੁਣ ਜਿਹੜਾ 1 ਕਿਲੋਵਾਟ 10 ਦੀ ਪਾਵਰ 3 ਵਾਟ ਦੇ ਹੋ ਗਿਆ। ਉਦੋਂ ਬਾਅਦ ਆਪਣੇ ਕੋਲ ਹੁੰਦਾ ਜੀ ਮੈਗਾਵਾਟ। ਹੁਣ ਮੈਗਾ ਦਾ ਮਤਲਬ ਹੁੰਦਾ ਜੀ 6, ਇਸੇ ਕਰਕੇ ਮੈਗਾਵਾਟ ਦਾ ਹੋਊਗਾ ਜੀ 10 ਦੀ ਪਾਵਰ 6 ਵਾਟ। ਅਤੇ ਉਦੋਂ ਬਾਅਦ ਆਪਣੇ ਕੋਲ ਉਦੋਂ ਵੱਡੀ ਯੂਨਿਟ ਆ ਜਾਂਦੀ ਹੈ ਜੀ ਗੀਗਾਵਾਟ, ਇਹ ਹੁੰਦੀ ਹੈ ਜੀ 10 ਦੀ ਪਾਵਰ 9 ਵਾਟ ਦੇ ਬਰਾਬਰ। ਉਦੋਂ ਬਾਅਦ ਆਪਣੇ ਕੋਲ ਲਾਸਟ 'ਤੇ ਆਉਂਦੀ ਹੈ ਜੀ 1 ਹਾਰਸ ਪਾਵਰ, ਇਹ ਵੀ ਤੁਸੀਂ ਸੁਣੀ ਹੋਊਗੀ ਹਾਰਸ ਪਾਵਰ, ਇਹ ਬਹੁਤ ਇੰਪੋਰਟੈਂਟ ਹੈ ਜੀ, ਇਹ ਤਾਂ ਪੱਕੀ ਯਾਦ ਕਰਕੇ ਜਾਣੀ ਹੈ। ਤੁਸੀਂ ਇੱਕ ਵਾਰੀ ਆਹ ਚੀਜ਼ਾਂ ਭੁੱਲ ਸਕਦੇ ਹੋ ਪਰ ਇਹ ਚੀਜ਼ ਨਹੀਂ ਭੁੱਲਣੀ, ਕਿਉਂਕਿ ਇਹ ਬਹੁਤ ਇੰਪੋਰਟੈਂਟ ਆ, ਇਹ ਵੀ ਉਹ ਪੁੱਛ ਸਕਦੇ ਤੁਹਾਨੂੰ। ਵੈਸੇ ਤਾਂ ਤੁਸੀਂ ਜੇ ਸਾਰੀਆਂ ਯਾਦ ਕਰ ਜਾਓਗੇ ਇਹ ਵੀ ਚੰਗੀ ਗੱਲ ਆ। ਜਿਹੜੀ 1 ਹਾਰਸ ਪਾਵਰ ਹੁੰਦੀ ਹੈ ਉਹ 746 ਵਾਟ ਦੇ ਬਰਾਬਰ ਹੁੰਦੀ ਹੈ, ਇਹ ਚੀਜ਼ ਇੰਪੋਰਟੈਂਟ ਹੈ, ਇਹ ਤੁਸੀਂ ਯਾਦ ਕਰਕੇ ਜਾਣੀ ਹੈ। ਉਦੋਂ ਬਾਅਦ ਆਪਣੇ ਕੋਲ ਅੱਗੇ ਆਉਂਦਾ ਜੀ ਚੈਪਟਰ ਦਾ ਆਪਣਾ ਤਕਰੀਬਨ ਖਤਮ ਹੋ ਗਿਆ, ਬਸ ਆਹ ਚੀਜ਼ਾਂ ਰਹਿ ਗਈਆਂ। ਹੁਣ ਜਿਹੜਾ ਵਰਕ ਆ, ਪਾਵਰ ਵੀ ਆਪਣਾ ਇੱਥੇ ਆ ਕੇ ਖਤਮ ਹੋ ਜਾਂਦੇ ਜੀ ਆਪਣਾ ਪਾਵਰ। ਉਦੋਂ ਬਾਅਦ ਅੱਗੇ ਆਪਾਂ ਕਰਦੇ ਹਾਂ ਜੀ, ਥੋੜ੍ਹਾ ਜਿਹਾ ਰਹਿ ਗਿਆ ਬਸ ਚੈਪਟਰ। ਉਦੋਂ ਬਾਅਦ ਅੱਗੇ ਹੈ ਜੀ ਆਪਣੇ ਕੋਲ ਵਰਕ। ਹੁਣ ਵਰਕ ਕੀ ਹੈ ਜੀ, ਇਹ ਤੁਹਾਨੂੰ ਦੱਸਣਾ ਰਹਿ ਗਿਆ ਸੀ ਪਿੱਛੇ। ਵਰਕ ਨੂੰ ਆਪਾਂ ਕਹਿੰਦੇ ਸਕੇਲਰ ਕੁਆਂਟਿਟੀ, ਵਰਕ ਵੀ ਸਕੇਲਰ ਕੁਆਂਟਿਟੀ ਆ, ਐਨਰਜੀ ਵੀ ਆਪਣੇ ਕੋਲ ਸਕੇਲਰ ਕੁਆਂਟਿਟੀ ਆ, ਅਤੇ ਪਾਵਰ ਵੀ। ਇਹ ਜਿਹੜੀਆਂ ਤਿੰਨੇ ਕੁਆਂਟੀਟੀਜ਼ ਆ ਇਹ ਸਕੇਲਰ ਕੁਆਂਟੀਟੀਜ਼ ਆ, ਕਿਉਂਕਿ ਉਹ ਤੁਹਾਨੂੰ ਪੁੱਛ ਸਕਦੇ ਆ ਵੀ ਇਹ ਸਕੇਲਰ ਆ ਕਿ ਵੈਕਟਰ ਆ। ਇਹ ਤੁਸੀਂ ਧਿਆਨ ਵਿੱਚ ਰੱਖਣਾ ਹੈ ਵੀ ਇਹ ਤਿੰਨੇ ਆ ਜਿਹੜੀਆਂ ਇਹ ਸਕੇਲਰ ਕੁਆਂਟੀਟੀਜ਼ ਆ। ਹੁਣ ਆਪਾਂ ਨੂੰ ਵੀ ਪਤਾ ਕਿਵੇਂ ਲੱਗਦਾ ਵੀ ਕਿਹੜੀ ਜਿਹੜੀ ਕੁਆਂਟਿਟੀ ਉਹ ਸਕੇਲਰ ਆ ਅਤੇ ਕਿਹੜੀ ਵੈਕਟਰ ਆ। ਹੁਣ ਜੇ ਤਾਂ ਕਿਸੇ ਕੁਆਂਟਿਟੀ ਦੇ ਵਿੱਚ, ਕਿਸੇ ਦੋ ਕੁਆਂਟੀਟੀਜ਼ ਦੇ ਵਿੱਚ ਡਾਟ ਪ੍ਰੋਡਕਟ ਹੁੰਦਾ ਪਿਆ, ਅਤੇ ਜਿਹੜੀ ਆਪਣੇ ਕੋਲ ਉਹਨਾਂ ਦੋਵਾਂ ਤੋਂ ਬਣ ਕੇ ਤੀਜੀ ਆਊਗੀ ਤਾਂ ਉਹ ਆਪਣੇ ਕੋਲ ਹਮੇਸ਼ਾ ਹੋਊਗੀ ਜੀ ਸਕੇਲਰ ਕੁਆਂਟਿਟੀ ਡਾਟ ਪ੍ਰੋਡਕਟ ਵਾਲੀ।
ਤੇ ਜੇ ਉਹਨਾਂ ਵਿੱਚ ਕ੍ਰਾਸ ਪ੍ਰੋਡਕਟ ਹੁੰਦਾ ਪਿਆ ਜੀ ਤਾਂ ਉਹ ਹਮੇਸ਼ਾ ਹੋਊਗੀ ਵੈਕਟਰ ਕੁਆਂਟੀਟੀ। ਹੁਣ ਤੁਸੀਂ ਆਹ ਵੇਖੋ F.S, ਹੁਣ ਆ ਵਿੱਚ ਡਾਟ ਪ੍ਰੋਡਕਟ ਹੋ ਰਿਹਾ ਤਾਂ ਇਹ ਹਮੇਸ਼ਾ ਆਊਗਾ ਜੀ ਸਕੇਲਰ ਆਪਣੇ ਕੋਲੇ। ਤੇ ਜਿਹੜਾ F ਗੁਣਾ ਦੇ ਨਿਸ਼ਾਨ ਨੂੰ ਕ੍ਰਾਸ ਕਹਿੰਦੇ ਜੀ, ਇਹਦੇ ਵਿੱਚ ਕ੍ਰਾਸ ਪ੍ਰੋਡਕਟ ਹੋ ਗਿਆ, ਕ੍ਰਾਸ ਪ੍ਰੋਡਕਟ ਹੋਊਗਾ F.S ਤਾਂ ਇਹ ਆਪਣੇ ਕੋਲ ਹਮੇਸ਼ਾ ਆਊਗਾ ਜੀ ਵੈਕਟਰ। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਇਹ ਐਡੀਸ਼ਨਲ ਸੀਗਾ ਥੋੜ੍ਹਾ ਜਿਹਾ ਕੰਮ, ਬਾਕੀ ਆਪਣਾ ਚੈਪਟਰ ਇਹ ਪੂਰਾ ਹੋ ਚੁੱਕਾ ਜੀ। ਇਹ ਚੈਪਟਰ ਆਪਣਾ ਐਡਾ ਵੱਡਾ ਹੈ ਨਹੀਂ ਸੀਗਾ ਜੀ। ਇਹਦੇ ਵਿੱਚ ਜ਼ਿਆਦਾਤਰ ਉਹ ਤੁਹਾਨੂੰ ਨੂਮੈਰੀਕਲ ਹੀ ਪੁੱਛਣਗੇ, ਇੱਕ ਦੀ ਜਾਂ ਤਾਂ ਫਿਰ ਕੋਈ ਐਗਜ਼ਾਮਪਲ ਪੁੱਛ ਸਕਦੇ ਆ, ਪਰ ਇੰਨਾ ਜ਼ਿਆਦਾ ਚਾਂਸ ਹੈਗੇ ਜੀ ਨੂਮੈਰੀਕਲ ਦੇ। ਫਾਰਮੂਲੇ ਇਸ ਚੈਪਟਰ ਦੇ ਤੁਸੀਂ ਚੰਗੀ ਤਰ੍ਹਾਂ ਰੱਟ ਜਾਣੇ ਆ ਜੀ, ਕਿਉਂਕਿ ਫਾਰਮੂਲੇ ਜਾਂ ਫਿਰ ਯੂਨਿਟਸ ਪੁੱਛਣਗੇ ਇਹਦੇ ਵਿੱਚੋਂ ਉਹ ਤੁਹਾਨੂੰ। ਵੀਡੀਓ ਨੂੰ ਇੱਥੋਂ ਤੱਕ ਵੇਖਣ ਵਾਸਤੇ ਧੰਨਵਾਦ ਜੀ ਤੁਹਾਡਾ। ਤੇ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਵੀ ਚੰਗਾ ਲੱਗਾ ਹੋਵੇ, ਸਮਝ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਵੀ ਕਰ ਦੇਣਾ ਤੇ ਅੱਗੇ ਆਪਦੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰ ਦਿਓ, ਕਿਉਂਕਿ ਆਪਾਂ ਇਸ ਚੈਨਲ 'ਤੇ ਸਾਰਾ ETT ਦਾ ਸਿਲੇਬਸ ਪੂਰਾ ਕਰਵਾਉਣਾ ਜੀ। ਆਹ ਜਿਹੜੇ 20 ਦਿਨ ਆਉਣ ਵਾਲੇ ਆ। ਵੀਡੀਓ ਇੱਥੋਂ ਤੱਕ ਵੇਖਣ ਲਈ ਜੀ ਫਿਰ ਇੱਕ ਵਾਰ ਧੰਨਵਾਦ। ਚਲੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਵਿੱਚ।